ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਪ੍ਰਸਾਦਿ ਜਪੁ ਆਲ ਸਚ ਬਾਲ ਸਚ ਹੈ ਜੀ ਸਤਿਨਾਮ ਹੋ ਸਚ ਸੋਚਾ ਹੋਵੇ ਜਿਸ ਲੱਖ ਵਾਰ ਚੁੱਕਾ ਚੁੱਕਾ ਹੋਵੇ ਜਿਲਾ ਰਹਾਂ ਦੇਵ ਉਤਾਰ ਭਾਰ ਸਹਿਜ ਪਾ ਲੱਖ ਭੂਹੀ ਸਕਲ ਨਾਲ ਚਾਰਾਂ ਹੁੰਦੇ ਸਤਿ ਪਾਲ ਹੁਕਮ ਰਜਾਈ ਚਲਣਾ ਨਾਨਕ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮ ਹੋਵਨ ਜੀਉ ਹੁਕਮ ਮਿਲੇ ਵਡਿਆਈ ਹੁਕਮ ਪਾਈਆ ਸਭ ਭਾਈ ਹੁਕਮ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮ ਤੇ ਕਹਿਤਾ ਹੂੰ ਕਹੇ ਨਾ ਕੋਈ ਗਾਵੇ ਕੁਤਾਣ ਹੋਵੇ ਕੁਤਾਣ ਗਾਵੇ ਕੁਦਾ ਤਾਣੇ ਨਿਤਾਣ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਚਾਰ ਗਾਵੇ ਕੋ ਸਾਜ ਨਾਨਕੇ ਗਾਵੇ ਕੋ ਗਾਵੇ ਕੋ ਜਪਤ ਸਤ ਗਾਵੇ ਕੋ ਕਿਸਾ ਹਾਦਰਾ ਦੂਰ ਕਥਨਾ ਕਥਿਨ ਆਵੇ ਤੋਟ ਕਤ ਕਤ ਕਥੀ ਕੋਟਿ ਕੋਟ ਕੋਟ ਤਦ ਤਕ ਪਾਹੇ ਕਜ ਪ੍ਰਕਾਹੀ ਕਾਹੇ ਹੁਕਮ ਕਾਇ ਰਾਹੁ ਨਾਨਕ ਵਿਸ਼ਵਾਸ ਸਾਚਾ ਸਾਹਿਬ ਸਚ ਨਹੀਂ ਭਾਗਿਆ ਭਾਉ ਅਪਾਰ ਆਖਹਿ ਮੁਕਹਿ ਦੇਹ ਦੇਹ ਦਾਤਰ ਦਾਤਾਰ ਫੇਰ ਅਗਰ ਅਖਿਆ ਜਦ ਦਰਬਾਰ ਕੁਲ ਕੁਲਿਆਂ ਜਿਸ ਭਰੇ ਕਾਰ ਅੰਮ੍ਰਿਤ ਵੇਲਾ ਸਚ ਨਾ ਉੜਿਆਏ ਵਿਚਾਰ ਕਰਮ ਆਵੇ ਕਪੜਾ ਨਦੀ ਕੋ ਦਵਾਰ ਨਾਨਕ ਸੇਵਾ ਜਾਣੀ ਸਵਾ ਵਿਚਾਰੋ ਭਾਪਤਾ ਨਾ ਜਾ ਕੀਤਾ ਨਾ ਹੋਏ ਆਪਿਆ ਮਨੋਰੰਜਨ ਸੋਏ ਜਿਨ ਸੇਵਿਆ ਪਾਇਆ ਮਨ ਨਾਨ ਗਾਵੀਐ ਗੁਣ ਗਾਵੀਐ ਰਖਿਆ ਭਾਉ ਪਰ ਹਰ ਤੂੰ ਘਰ ਲੈ ਜਾਏ ਗੁਰਮੁਖ ਨਾ ਤੂੰ ਗੁਰਮੁਖ ਵੇ ਤੂੰ ਗੁਰਮੁਖ ਰਹਿਆ ਸਮਾਈ ਗੁਰੀਸਰ ਗੁਰ ਗੋਰਖ ਪਰਮਾ ਗੌਰ ਪਾਰਵਤੀ ਮਾਈ ਦੇਹੋਂ ਜਾਣਾ ਅੱਖਾਂ ਨਾਹੀ ਕਹਿਣਾ ਕਥਨ ਨਾ ਜਾਈ ਬੁਰਾ ਇੱਕ ਦੇਹ 부ਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਬੁਰਾ ਇੱਕ ਦੇਹ 부ਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਫਤਿਹ। ਸਤਿਨਾਮ ਸ੍ਰੀ ਵਾਹਿਗੁਰੂ ਜੀ। ਮਾਰੂ ਮਹੱਲਾ ਪਹਿਲਾ। ਤਹ ਦੇਖਾਂ ਤਹ ਦੀਨ ਦਇਆਲਾ ਆਇ ਨ ਜਾਈ ਪ੍ਰਭ ਕਿਰਪਾਲਾ ਜੀਆਂ ਅੰਦਰ ਜੁਗ ਸਮਾਈ ਰਹਿਉ ਨਿਰਾਲ ਮਰਾਇਆ ਤਹ ਦੇਖਾਂ ਤਹ ਦੀਨ ਦਇਆਲਾ ਆਇ ਨ ਜਾਈ ਪ੍ਰਭ ਕਿਰਪਾਲਾ ਜੀਆਂ ਅੰਦਰ ਜੁਗ ਸਮਾਈ ਰਹਿਉ ਨਿਰਾਲ ਮਰਾਇਆ ਜਗ ਤਿਸ ਆਇਆ ਜਿਸ ਬਾਪ ਨਾ ਮਾਇਆ ਨਾ ਭੈਣ ਨਾ ਭਾਉ ਭਰਾਉ ਕਮਾਇਆ ਨਾ ਤਿਸ ਉਪਤ ਖਬਤ ਭੁੱਲ ਜਾਤੀ ਉਹ ਅਜਰਾਵਰ ਮਨ ਪਾਇਆ ਤੂੰ ਅਕਾਲ ਪੁਰਖ ਨਹੀਂ ਸਿਰ ਕਾਲਾ ਤੂੰ ਪੁਰਖ ਅਲੇਖ ਅਗੰਮ ਨਿਰਾਲਾ ਦਾਤ ਸੰਤੂਖ ਸਭ ਜਤ ਤੀਸਲੋ ਸਹਿਜ ਭਾਏ ਨਿਮਲਾਇਆ ਸਹਿ ਵਰਤਾਈ ਚੌਥਾ ਕਰ ਵਾਸਤਾ ਕਾਲ ਵਿਕਾਲ ਕੀਏ ਇੱਕ ਕਰਾਸਤਾ ਨਿਰਮਲ ਜੂਤ ਸਰਬ ਜਗ ਜੀਵਨ ਕੁਰਾਨ ਹਦ ਸ਼ਬਦ ਦਿਖਾਇਆ ਉਤਮ ਜਨ ਸੰਤ ਭਰੇ ਹਰ ਪਿਆਰੇ ਹਰ ਅਸਮਾਤੇ ਪਾਰ ਉਤਾਰੇ ਨਾਨਕ ਰਹਿਣ ਸੰਤ ਜਨ ਸੰਗਤ ਹਰ ਗੁਰ ਪ੍ਰਸਾਦੀ ਪਾਇਆ ਨਾਨਕ ਰਹਿਣ ਸੰਤ ਜਨ ਸੰਗਤ ਹਰ ਗੁਰ ਪ੍ਰਸਾਦੀ ਪਾਇਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪਾਂ ਨੂੰ ਰੋਜ਼
ਦਾ ਸਾਨੂੰ ਪਰਮੇਸ਼ਰ ਦਾ ਸਾਰ ਮੁਕਤ ਬੰਧਨ ਪੈਦਾ ਕਰਨਾ ਬਾਪ ਉਹ ਕੌਣ ਹੈ ਨਿਰੰਕਾਰ ਕਾਲ ਕਵੀ ਹੈ ਇਸ ਦੋਤ ਹੈ ਉਹ ਨਿਰੰਕਾਰ ਕਾਲ ਕਥਨ ਕਰਦੇ ਹਨ ਸਭ ਸੱਚੇ ਪਾਤਸ਼ਾਹ ਇਸ ਤਰ੍ਹਾਂ ਕਈ ਰਾਜਿਆਂ ਦੇ ਪਾਤਸ਼ਾਹ ਹਨ ਸੱਤਾਂ ਦੇ ਪਾਤਸ਼ਾਹ ਕਈ ਪਿਪੜਾ ਦੇ ਮੁੱਢਾਂ ਨੂੰ ਪਾਣੀ ਨੂੰ ਕੋਸਰ ਪਵਨ ਹਵਾ ਹਾਲ ਕਾਰਕ ਪਾਤਸ਼ਾਹ ਮਹਾਰਾਜ ਹੈ ਜੋ ਸਾਹਿਬ ਦੇ ਦਸਤਾਂ ਦੁਆਰਾ ਆਰੂ ਰਾਗ ਅੰਦਰ ਦਾ ਨਾਮ ਤੋ ਇਹ ਭਗਤ ਦਾ ਕਿਰਪਾ ਕਰਕੇ किस प्रकार ना जानना करो कोई भी वस्तु आप वाहिगुरु मारू महला पहला मारू राग महला के पातशाह तह देखा तह दीन दयाला है सारे दया करने वाला दया का आला आला नाम है दया का घर बहुत दया है जिधर देखता हूं दयाल परमेश्वर रवे वही मिलिया होया है हर हट पीत तू करे बोले भली बाण सब सदा है और हट चलता है तेल वाज आउ पर भगतां नूं की सुनदा है हर हट तू तू करदा तो बोलत है फिर हर जाप है तरत पताल आकाश है मेरी जिंदड़ी है सब हर नाम तेरा जानी जिन्ना की निगाह खुली है पता लगा उन्होंने धरती काठ रुखा दरख्तां विचों हर वस्तु कोई दिसदा कोई साडी पहुंच नहीं है नहीं तो भगत नाम दे खाते पका के रख अंदरों घ्यो वाला कुत्ता लेके आए त्याल भगत सारे कितने भगवान ऐसा नहीं गोपर फिर तो लिखण वाले दसते ने चार को पैंटा किसके रस्ते मगर मगर फिर चौपड़ लैन तो फिर मान जितना मनना को सार लोग सचखंड वास्ते भगत देश कर रहे सारे
ਤੁਹਾਡਾ ਭਲਾ ਹੋਵੇ ਲੋਕ ਸਤਿਗੁਰ ਦਾ ਇੱਕ ਜੱਟ ਆ ਗਿਆ ਤਾਂ ਕਹਾ ਬਾਬਾ ਜੀ ਸਤਿਗੁਰ ਕਰਨਾ ਨਹੀਂ ਪਾਤਾ ਸਭ ਤੁਹਾਡਾ ਦਾਤਾ ਸੇ ਕੋਟ ਪਰ ਆਉਂਦਾਓ ਤਾਂ ਨਹੀਂ ਆਪ ਜਬ ਤਾਰੇ ਕਹਿਣਾ ਪਿਛਲੇ ਜਨਮ ਵਿੱਚ ਸਾਰ ਸਾਰੋ ਪਤਾ ਆਗਾਤ ਸਭ ਤਾਹੀਂ ਤੱਕ ਤੇਰੇ ਛਪਣ ਵਾਲੇ ਰਹੇ ਕਾਂਗ ਲੈ ਕੇ ਉੱਤਰ ਦੇ ਲੱਖ ਸਾਰੀ ਲੱਖ ਪ੍ਰੇ ਇਹਦੇ ਤੇ ਤੱਤਾ ਇਸ ਕਰਕੇ ਉਹ ਵੀ ਸਭ ਉਹਦੀ ਇਹੋ ਜਿਹੀ ਉਹ ਭਾਗ ਮੈਂ ਟੋਕੜ ਕੇ ਨਾ ਹਟ ਦਾ ਇਹਨਾਂ ਆਇਆ ਹਰ ਕੋ ਪੈਦਾ ਬਦਲ ਉੱਪਰ ਦਾ ਰੂਪ ਬਦਲ ਕੇ ਬਾਹਰ ਪਰ ਨਾਮ ਦੇਵ ਬੜਾ ਸੱਚ ਹੈ ਅੱਜ ਪਰ ਭਾਵੇਂ ਤਾਰੀਖ ਹੈ ਤੇ ਦੀਤਲ ਉੱਤੇ और शांत अंतर करण में हम सही काम सत्य धागा अंदर ये गल हर दुख भी करे आ गया बुरे ग्रह में है सुपर और चाटे टीके पर बहुत हद तक सारी आज्ञा भक्त सुर है गौ कर साल है हाल बड़ी पर अनुसार दंड बनाया होता वाटा दंड टोले उस आटा उस टोला आटा खा लिया कुमार फिर भी उसने बाहर रसोई वाले देखा पाकिस्तानी वाले वो भी है सब अपनी गल हर एक गल पता कोई हिट मार दे तो साथों बर्दाश्त किस प्रकार संसार चाहे चित्र वेख चाल उतरी देख पशु पंछी साढ़े लिए अद तक परमेश्वर के प्यारिया वास्ते दो प्रमाण सामने भगत नाम देव हर वाली खाने लैन पाई
ਜਬ ਤੇਲ ਤੇ ਤਾਂ ਵਿੱਚ ਤੋੜ ਤੇ ਭਗਵਾਨ ਆਪ ਦੇ ਨਾਲ ਗੁਰਮੁਖੋ ਸੱਚਖੰਡ ਵਾਸੀ ਸਦਾਰ ਸਾਤਨ ਸੀ ਰਿਵਾਜ ਲੋਕ ਵੱਡ ਹਰ ਥਾਂ ਤੇ ਉਸੇ ਨੂੰ ਸਾਰ ਆਪਣੇ ਨਾਲ ਜਨਮ ਕੋਈ ਦੇਵੀ ਦੇਵਤਾ ਨਹੀਂ ਕਾਰਪੇ ਦੀ ਆਏ ਨਾ ਜਾਈ ਪ੍ਰਭ ਕਿਰਪਾਲਾ। ਉਹ ਜਨਮ ਲੈ ਕੇ ਆਉਂਦਾ ਨਹੀਂ ਪਰ ਪਾਲੂ ਹਲੂ ਇਹ ਕੀ ਕਰੇ ਜਿਹੜੇ ਰੂਪ ਤੇ ਰੂਪ ਤੇ ਬੜੇ ਪਰ ਤੇ ਚਾਹੇ ਹੋ ਜਾਂਦਾ ਆਉਂਦਾ ਜਾਂਦਾ ਨਹੀਂ ਜਾਂਦਾ ਪ੍ਰਭੂ ਕਿਰਪਾਲੂ ਦਿਆਲੂ ਵਾਲਾ ਹੈ ਨਾ ਅੰਦਰ ਜੁਗਤ ਸਮਾਈ ਰਹਿਉ ਨਿਰਾਲ ਮਰਾਇਆ। ਰਾਇਆ ਪਾਰਥਾ ਅੰਦਰ ਜਦ ਆਈ ਉਹਦੀ ਭੁਗਤਣ ਨਾਲ ਸੌਣ ਨਾਲ ਰਹੇ ਨਿਰਾਲਮ ਬਖਸ਼ਾ ਸਾਰਿਆਂ ਦਾ ਹੋਇਆ ਨਿਰਾਲੋਂ ਬੈਠਾ ਵੇਖੇ ਵਕ ਅਕੇਲਾ ਤੇ ਸਾਰਿਆਂ ਵੱਲ ਵੇਖ ਰਿਹਾ ਕਿਰਪਾ ਨਾਲ। ਛੋਟਿਆਂ ਅੰਦਰ ਵੀ ਉਹਦੀ ਜੋਤ ਹੈ, ਵੱਡਿਆਂ ਅੰਦਰ ਵੀ ਉਹਦੀ ਜੋਤ ਜੁੜੀ ਹੋਈ ਹੈ, ਤੋ ਉਸ ਭਾਵ ਵਿੱਚ ਸਮਾਈ ਹੋਈ ਹੈ। ਜਗ ਤਿਸ ਕੀ ਛਾਇਆ ਜਿਸ ਬਾਪ ਨਾਮ ਮਾਇਆ। ਇੱਕ ਜੀਵ ਨਹੀਂ ਸਾਰਾ ਜਗ ਕਿਸ ਦੀ ਛਾਇਆ ਕਿਹਦਾ ਪ੍ਰਛਾਵਾਂ ਹੈ। ਜਿਵੇਂ ਬੱਤੇ ਦਾ ਪ੍ਰਛਾਵਾਂ ਹੁੰਦਾ ਹੈ, ਰੁੱਖ ਦਾ ਪ੍ਰਛਾਵਾਂ ਹੁੰਦਾ ਹੈ, ਕਹਿੰਦੇ ਮਰਦ ਦੀ ਮਾਇਆ ਤੇ ਰੁੱਖ ਦੀ ਛਾਇਆ ਉਹਦੇ ਨਾਲ ਹੀ ਰਹਿੰਦੀ ਹੈ। ਜਗ ਤਿਸ ਕੀ ਛਾਇਆ ਛਾਇਆ ਛਤਰ ਹੇਠਾਂ ਕੀ ਭਾਵ ਜਨ ਬਾਜੀ ਚ ਬਾਪ ਨਾ ਮਾਇਆ। ਜਿਹਦਾ ਕੋਈ ਬਾਪ ਨਹੀਂ, ਜਿਹਦੀ ਮਾਇਆ ਮਾਤਾ ਨਹੀਂ, ਕੋਲ ਬਰਨ ਜਾਤ ਕੌਣ ਹੈ ਕਾਲ ਪੁਰਖ। ਸੰਕਟ ਨਹੀਂ ਪਰੇ ਜੋਨ ਨਹੀਂ ਆਵੇ ਨਾਮ ਨਿਰੰਜਨ ਜਾਕੋ ਰੇ ਪੀਰ ਕੋ ਠਾਕ ਰਹਿ ਸੋ ਸੰਤੀ ਜਾ ਕੇ ਮਾਈ ਨਾ ਬਾਪੂ। ਇੱਕੋ ਇੱਕ ਕਾਲ ਪੁਰਖ ਹੈ ਜਿਹਦੀ ਮਾਤਾ ਕੋਈ ਨਹੀਂ ਤੇ ਬਾਪ ਕੋਈ ਨਹੀਂ, ਪਿਤਾ ਕੋਈ ਆਪਿਆ ਨਾ ਜਾਏ ਕੀਤਾ ਨਾ ਹੋਏ। ਆਪੇ ਆਪ ਨਿਰੰਜਨ ਹੋਏ ਨਿਰੰਜਨ ਸੁਧ ਆਮ ਕਿਸੇ ਨੂੰ ਗੱਦੀ ਥਾਪਿਆ ਜਾਂਦਾ ਹੈ। ਸਰੋਪਾ ਦੇ ਤੈ ਪ੍ਰਧਾਨਗੀ ਤੈਨੂੰ ਥਾਪੀ ਜਥੇਦਾਰੀ ਤੈਨੂੰ ਥਾਪੀ ਗੱਦੀ ਨਹੀਂ ਤੈਨੂੰ ਬਣਾਇਆ। ਉਹ ਕਿਸੇ ਦਾ ਥਾਪਿਆ ਸਥਿਤ ਕੀਤਾ ਇਹਦਾ ਜਾਇਆ ਜੰਮਿਆ ਥਾਪਿਆ ਨਾ ਜਾਏ ਤਾਂ ਪੈਦਾ ਕੀਤਾ। ਇਸ ਪ੍ਰਕਾਰ ਜੇ ਬਹੁਤੇ ਮਿਲ ਕੇ ਉਹਦੀ ਜਾਣ ਫਿਰ ਸਾਰਾ ਹੋਏ। ਜੇ ਕੋਈ ਨਿੰਦਿਆ ਕਰੀ ਜਾਵੇ ਤੇ ਘਟ ਜਾਂਦਾ। ਇਸ ਪ੍ਰਕਾਰ ਦਾ ਨਿਰੰਕਾਰ ਕਾਲ ਪੁਰਖ ਹੈ, ਪਹਿਲੇ ਵੀ ਸੀ ਹੁਣ ਵੀ ਹੈ ਤੇ ਅੱਗੇ ਨੂੰ ਵੀ ਹੋਵੇ। ਸਾਰਾ ਜਗਤ ਉਹਦੀ ਛਾਇਆ ਹੈ, ਉਹਦਾ ਪ੍ਰਛਾਵਾਂ ਹੈ ਤੇ ਸਾਰੇ ਜਗਤ ਨੂੰ ਚਲਾਉਣ ਵਾਲਾ ਵੀ ਉਹੀ ਹੈ। ਜਿਵੇਂ ਸੂਰਜ ਚੜ੍ਹਦਾ ਤੇ ਸਾਹਮਣੇ ਖੜੇ ਹੋਈਏ, ਇੱਕ ਪਾਸੇ ਸੂਰਜ ਹੁੰਦਾ ਤੇ ਦੂਜੇ ਪਾਸੇ ਆਪਣਾ ਪ੍ਰਛਾਵਾਂ ਸਾਡਾ ਆਪਣਾ ਤੇ ਸੂਰਜ ਵੱਲ ਨੂੰ ਮੁਖ ਕਰਕੇ ਆਪਾਂ ਭੱਜੀਏ ਤੇ ਪਛਾਵਾਂ ਪਿੱਛੇ ਹੁੰਦਾ ਹੈ। ਜੇ ਸੂਰਜ ਵੱਲ ਨੂੰ ਪਿੱਠ ਕਰ ਦਈਏ ਆਪਾਂ ਪੱਕੇ ਨਿੱਕੇ ਜਾਂਦਾ ਪੱਕੇ ਨਹੀਂ ਜਾਂਦਾ। ਉਹਨੇ ਜਿਹੜੀ ਪਰਾਲਬਧ ਕਰਮ ਲਿਖ ਦਿੱਤੇ ਨੇ ਬਣਾ ਦਿੱਤੇ ਉਹ ਕਿਵੇਂ। ਗੁਰੂ ਸਾਹਿਬ ਗੁਰੂ ਗ੍ਰੰਥ ਸਾਹਿਬ ਅਕਾਲ ਪੁਰਖ ਵੱਲ ਮੁਖ ਕਰਕੇ ਚੱਲੋ, ਤੁਹਾਡੀ ਪਰਾਲਬਧ ਤੁਹਾਡੇ ਪਿੱਛੇ ਆਈ ਜਾਣੀ ਕਰਮਾਂ ਦੇ। ਜੇ ਭਾਵ ਕਰਾਵੇ ਭਰ ਲਈ ਭੱਜੋਗੇ ਜੜ ਕਰਮਾਂ ਪਾਈਏ ਨਾ ਤੇ ਬਹੁਤ ਤੇਰਾ ਧਾਵੇ ਨਾਮ ਭੱਜ ਦੌੜਦਾ। ਜਿੰਨੀ ਮਰਜ਼ੀ ਭੱਜ ਦੌੜ ਕਰ ਲਵੇ ਕਰਮਾਂ ਤੋਂ ਬਿਨਾਂ ਕੁਛ ਪ੍ਰਾਪਤ ਨਾ। ਜੇ ਸੋਇਨੇ ਨੂੰ ਉਹ ਹੱਥ ਪਾਏ ਤਾਂ ਖੇਹੂ ਸੇਤੀ ਰਲ ਤੇ ਸੋਨਾ ਵੀ ਮਿੱਟੀ ਵੀ ਸੋਨਾ ਬਣ ਜਾਂਦੀ ਹੈ ਜੇ ਰੱਬ ਦੀ ਕਿਰਪਾ ਹੋਵੇ। ਇਹ ਸਾਰਾ ਜਗਤ ਜਿਸ ਵਿੱਚ ਉਹ ਆਪ ਛਾਇਆ ਹੋਇਆ, ਸਾਰਾ ਜਗਤ ਉਹਦੀ ਛਾਇਆ ਉਹਦਾ ਪ੍ਰਸ਼ਾਦ।
ਤੇ ਤੁਹਾਡੇ ਕਰਮ ਤੁਹਾਡਾ ਪਰਛਾਵਾਂ ਬਣ ਕੇ ਤੁਹਾਡੇ ਨਾਲ ਰਹਿਣੇ ਹੈ। ਜਿਹੜੇ ਕਿਰੇਮਾਨ ਸਵੇਰ ਤੋਂ ਸ਼ਾਮ ਤੱਕ ਕਰਦੇ ਹੋ ਉਹੀ ਸੰਚਿਤ ਹੋਣਗੇ, ਉਹਨਾਂ ਦੀ ਪ੍ਰਲਬਧ ਬਣੂਗੀ, ਤੁਹਾਡੀ ਆਪ ਭੁਗਤਣੀ ਹੈ। ਮਤ ਕੋਈ ਜਾਣੇ ਜਾਏ ਅੱਗੇ ਪਾਏ ਸੀ, ਜਿਹੇ ਕਰਮ ਕਮਾਏ ਤੇਹਾ ਹੋਏ ਸੀ। ਸਦਾ ਦੋਸ਼ ਨ ਦੇਉ ਕਿਸੇ, ਦੋਸ਼ ਕਰਮਾ ਆਪਣੀਆਂ। ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨ ਦੀਨੇ ਅਵਰ ਜਨਾ। ਕਰਮਾਂ ਦਾ ਹੀ ਭੋਗ ਹੈ। ਜਗ ਤਿਸ ਕੀ ਛਾਇਆ, ਜਿਸ ਬਾਪ ਨਾ ਮਾਇਆ। ਜਿਹਦੀ ਕੋਈ ਬਾਪ ਨਹੀਂ, ਜਿਹਦੀ ਕੋਈ ਮਾਇਆ ਮਾਤਾ ਨਹੀਂ, ਜਨਮ ਦੇਣ ਵਾਲੀ ਪਾਲਣ ਵਾਲੀ। ਕਿਵੇਂ ਕਹਿੰਦੇ ਹਨ, ਨਾ ਤਿਸ ਭੈਣ ਨਾ ਭਰਾਉ ਗੁਮਾਇਆ। ਨਾ ਕੋਈ ਉਹਦੀ ਭੈਣ ਹੈ ਤੇ ਨਾ ਉਹਦਾ ਕੋਈ ਭਰਾ ਹੀ ਹੈ। ਨਾ ਕਮਾਇਆ ਕੋਈ ਕਮਾਈ ਕਰਨ ਵਾਲਾ, ਨੇੜੇ ਲੱਗਣ ਵਾਲਾ, ਪਰਿਵਾਰ ਦਾ ਹੋਰ ਸੰਬੰਧੀ। ਕੋਈ ਵੀ ਉਸ ਦਾ ਭਾਵ ਔਲਾਦ ਨਹੀਂ, ਸਾਰੀ ਸ੍ਰਿਸ਼ਟੀ ਉਸ ਦੀ ਔਲਾਦ ਹੈ। ਆਪਣੇ ਆਪ ਤੋਂ ਹੀ ਪ੍ਰਗਟ ਹੋਇਆ, ਸਾਰੀ ਸ੍ਰਿਸ਼ਟੀ ਉਸਨੇ ਪੈਦਾ ਕੀਤੀ। ਹਰ ਜੀ ਮਾਤਾ, ਹਰ ਜੀ ਪਿਤਾ, ਹਰ ਜੀ ਪ੍ਰਤਪਾਲਕ, ਹਰ ਜੀ ਮੇਰੀ ਸਾਰ ਕਰੇ ਹਮ ਹਰ ਕੇ ਬਾਲ ਕੇ। ਨਹੀਂ ਵੀ ਉਹਦੀ ਮਾਤਾ ਪਿਤਾ ਦੇ ਭਰਾ ਕੋਈ ਨਹੀਂ, ਸਾਰੀ ਸ੍ਰਿਸ਼ਟੀ ਉਹਦੀ ਪੈਦਾ ਕੀਤੀ। ਸਭ ਤੇ ਕਿਰਪਾ ਕਰਨ ਵਾਲਾ ਹੈ। ਨਾ ਤਿਸ ਊਪਤ ਖਬਤ ਕੁਲ ਜਾਤੀ, ਉਹ ਅਜਰਾਵਰ ਮਨ ਭਾਇਆ। ਇਸ ਨੂੰ ਕੋਈ ਓਪਤ ਪ੍ਰਗਟ ਕਰਨ ਵਾਲਾ, ਪੈਦਾ ਕਰਨਾ, ਨਾ ਕੋਈ ਖਬਤ ਨਾਸ ਕਰਨ ਵਾਲਾ। ਛਲ ਅਛੇਦ ਅਪਾਰ ਪ੍ਰਭ, ਜਾਲਿਆ ਨਹੀਂ ਜਾ ਸਕਦਾ, ਛੇਦਿਆ ਨਹੀਂ ਜਾ ਸਕਦਾ, ਤੋੜਿਆ ਵੱਢਿਆ ਨਹੀਂ ਜਾ ਸਕਦਾ। ਨਾ ਉਹ ਮਰਹੇ ਨਾ ਠਾਕੇ ਜਾਹੇ, ਜਿਨ ਕੇ ਰਾਮ ਵਸੇ ਮਨ ਮਾਹੇ। ਮਰ ਠੱਗਣ ਨੂੰ ਵੀ ਬਚ ਜਾਂਦੇ ਜਿਨ੍ਹਾਂ ਦੇ ਮਨਾਂ 'ਚ ਰਾਮ ਵਸਦਾ ਹੈ। ਨਾ ਦਸ ਓਪਤ ਖਪਤ ਕੁਲ, ਨਾ ਜਾਤ ਜਾਤੀ ਨਹੀਂ, ਕੋਈ ਕੁਲ ਨਹੀਂ, ਖਪਤ ਹੋਣ ਵਾਲਾ ਨਹੀਂ, ਖਪਤ ਹੋਣ ਵਾਲਾ ਨਹੀਂ। ਉਹ ਭਾਵ ਪਰਮੇਸ਼ਰ ਨਿਰੰਕਾਰ ਦੀ ਸਿਫਤ ਹੋ ਰਹੀ ਹੈ। ਅਕਾਲ ਪੁਰਖ ਉਹ ਅਜਰਾਵਰ ਮਨ ਭਾਇਆ। ਅਜਰਾਵਰ ਚਾਰ ਨੂੰ ਵਰਨ ਵਾਲੇ, ਦੇਵਤੇ ਆਦਿ ਅਜਰਾਵਰ ਰਹਿਣ ਵਾਲੇ। ਮਨ ਭਾਇਆ, ਮਨ ਨੂੰ ਭਾਇਆ ਹੈ। ਦੇਵਤਿਆਂ ਨੂੰ ਵੀ, ਪਕਬਰਾਂ ਨੂੰ ਵੀ, ਮਹਾਤਮਾ ਨੂੰ ਵੀ, ਜਿਨ੍ਹਾਂ ਦੇ ਮਨ ਨੂੰ ਭਾਇਆ ਚੰਗਾ ਲੱਗੇ। ਇਸ ਪ੍ਰਕਾਰ ਕਹਿੰਦੇ ਹਨ, ਉਹੀ ਦੱਸ ਸਕਦੇ ਹਨ, ਤੂੰ ਅਕਾਲ ਪੁਰਖ ਨਾਹੀ ਸਿਰ ਕਾਲਾ। ਮਾਰਾ ਸਾਹਿਬ ਕਾਲ ਤੋਂ ਅਕਾਲ ਹੈ, ਕਾਲ ਦੇ ਚੱਕਰ ਤੋਂ ਆ ਰਹਿਤ ਹੈ। ਪੁਰਖ ਮਰਦ ਹੈ ਤੇ ਪੌਰਖ ਬਲ ਦੇਣ ਵਾਲਾ ਹੈ, ਤੇ ਪੂ ਪਾਪਾ ਤੋਂ ਰੱਖ ਰੱਖਿਆ ਕਰਨ ਵਾਲਾ ਹੈ। ਤੇ ਪੁਰ ਸੁਖੋ ਕਾਸ਼ ਦੀ ਤਰ੍ਹਾਂ ਪੁਰੀਆਂ ਦੇਹ ਰੂਪੀ ਪੁਰੀਆਂ ਵਿੱਚ ਹੈ। ਇਸ ਤਰ੍ਹਾਂ ਦੀ ਅਰਥ ਕਰ ਲੋ, ਕਾਲ ਤੇ ਕਿਸੇ ਬੰਦੇ ਤੇ ਨਹੀਂ। ਇਹ ਪੰਕਤੀ ਅਕਾਲ ਵੀ ਤੇ ਪੁਰਖ ਵੀ ਤੋਂ ਮੂਲ ਮੰਤਰ ਦੀਆਂ ਨੇ। ਸਾਰੇ ਮੂਲ ਮੰਤਰ ਦਾ ਹਲੱਥਾ ਸਾਰੀ ਗੁਰਬਾਣੀ ਚ ਹੋ ਰਿਹਾ। ਅਕਾਲ ਪੁਰਖ ਦੀ ਸਿਫਤ ਹੋ। ਅਕਾਲ ਪੁਰਖ ਨਾਹੀ ਸਿਰ ਕਾਲਾ, ਤੇਰੇ ਸਿਰ ਤੇ ਕਾਲ ਨਹੀਂ, ਤੇਰੇ ਸਿਰ ਤੇ ਮੌਤ ਨਹੀਂ, ਤੇਰੇ ਸਿਰ ਤੇ ਸਮੇਂ ਦੀ ਗਿਣਤੀ ਨਹੀਂ। ਦੁਨੀਆ ਦੇ ਲੋਕਾਂ ਦੇ ਸਿਰ ਤੇ ਸਮੇਂ ਦੀ ਗਿਣਤੀ ਹੈ, ਭਾਵੇਂ ਲੱਖਾਂ ਵਰਾਂ ਤੇ ਉਸ ਤੋਂ ਵੱਧ ਕਰੋੜਾਂ ਵਰਾਂ ਵੀ ਕਿਉਂ ਨਾ ਹੈ। ਸਿਰ ਤੇ ਗਿਣਤੀ ਜ਼ਰੂਰ ਹੈ, ਕਾਲ ਸਿਰ ਤੇ। ਹਰ ਇੱਕ ਜੀਵ ਨੂੰ ਗਣ ਘਾਲੇ ਸਭ ਦਿਵਸ ਸਾਸ ਨੇ, ਵੱਢਣ ਕੱਟਣ ਤਿਲਸਾਰ। ਇੰਨੇ ਕੁ ਦਿਨ ਜਿਉਵੇਂਗਾ, ਇੰਨੇ ਕੁ ਸਾਲ ਜਿਉਵੇਂਗਾ, ਇਸ ਬਹਾਨੇ ਤੇ ਮਰਨਾ ਪਊ। ਅਕਾਲ ਪੁਰਖ ਦੇ ਸਿਰ ਕੋਈ ਕਾਲ ਨਹੀਂ, ਕੋਈ ਮੌਤ ਨਹੀਂ, ਕੋਈ ਗਿਣਤੀ ਨਹੀਂ। ਅਕਾਲ ਹੈ ਤੇ ਪੁਰਖ ਹੈ ਤੇ ਮਰਦ ਹੈ। ਇਸ ਪ੍ਰਕਾਰ ਆਪ ਜੀ ਕਹਿੰਦੇ ਹਨ, ਤੂੰ ਪੁਰਖ ਅਲੇਖ ਅਗੰਮ ਨਿਰਾਲਾ। ਉਹ ਪੁਰਖ ਮਰਦ ਪਰਮੇਸ਼ਰ ਲੇਖ ਤੋਂ ਅਲੇਖ, ਕੋਈ ਲੇਖਾ ਲਿਖਣ ਵਾਲਾ ਨਹੀਂ, ਕੋਈ ਵਹੀ ਖਾਤਾ ਨਹੀਂ। ਗਮਤਾ ਪਹੁੰਚ ਤੋਂ ਪਰੇ ਹੈ, ਨਿਰਾਲਾ ਉਜੜ ਹੈ। ਦੂਜਿਆਂ ਨੂੰ ਨਿਰਾਲਾ ਉਜੜ ਬਣਾ ਦੇਣ ਵਾਲਾ ਹੈ। ਸਤ ਸੰਤੋਖ ਸ਼ਬਦ ਅਤ ਸੀਤਲ, ਸਹਿਜ ਭਾਈ ਲਿਵ ਲਾਇਆ। ਸਭ ਤੋਂ ਵੱਡਾ ਤੇ ਸ੍ਰੇਸ਼ਟ ਸੁਖ ਦੇਣ ਵਾਲਾ ਸੁਖ ਹੈ ਸੰਤੋਖ। ਤੇ ਸੰਤੋਖ ਆਉਂਦਾ ਨਹੀਂ ਸਤਿ ਹੋਣਾ, ਤੇ ਸੰਤੋਖ ਨਹੀਂ ਤ੍ਰਿਸ਼ਨਾ ਬੁਝਦੀ ਨਹੀਂ, ਵਧੀ ਜਾਂਦੀ ਹੈ, ਵਧੀ ਜਾਂਦੀ ਹੈ। ਉਸ ਪਰਮੇਸ਼ਰ ਦਾ ਨਾਮ ਸਤ ਸੰਤੋਖ ਦੇ, ਆਪ ਸਤ ਸੰਤੋਖ ਦੇ। ਉਹਦਾ ਸ਼ਬਦ ਉਪਦੇਸ਼ ਬ੍ਰਹਮ ਅਤ ਸੀਤਲ ਠੰਡ ਪਾਉਣ। ਸਹਿਜ ਗਿਆਨ ਭਾਏ ਹਰਦਾ ਨਾਲ, ਜਿਨ੍ਹਾਂ ਨੇ ਲਿਵਰਤੀ ਲਾਉਣਾ ਕੀਤੀ ਪਰਮੇਸ਼ਰ ਦੇ ਸ਼ਬਦ ਨਾਲ, ਨਾਮ ਨਾਲ, ਅਨਮੋਲੀਆਂ ਦਾਤਾਂ ਮਿਲ ਗਈਆਂ। ਸਤ ਪ੍ਰਤੱਗੀ ਹੋ ਗਏ, ਸੰਤੋਖ ਮਿਲ ਗਿਆ, ਸੀਤਲਤਾ ਠੰਡ ਦੀ ਮਿਲ ਗਈ, ਸ਼ਾਂਤੀ ਮਿਲ ਗਈ। ਮਨ ਮੇਰਾ ਧਾਵਨ ਤੇ ਛੁੱਟ ਕੇ ਕਰ ਬੈਠੋ ਵਿਸਰਾਮ, ਇਹ ਪ੍ਰਾਪਤੀਆਂ ਹੋ ਗਈਆਂ।
ਤ੍ਰੈ ਵਰਤਾਏ ਚੌਥਾ ਘਰ ਵਾਸਾ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਤ੍ਰੈ ਤਿੰਨ ਗੁਣ ਰਜੋ ਤਮੋ ਸਤੋ ਸ੍ਰਿਸ਼ਟ ਵਰਤ ਰਹੇ ਨੇ ਮਾਇਆ ਤੋਂ ਪੈਦਾ ਹੋ। ਇਹ ਮਾਇਆ ਦੇ ਤਿੰਨਾਂ ਗੁਣਾਂ ਤੋਂ ਚੌਥੇ ਤੁਰਿਆ ਪਰ ਸਹਿਜ ਅਵਸਥਾ, ਗਿਆਨ ਵਾਲੀ ਅਵਸਥਾ, ਬ੍ਰਹਮ ਅਵਸਥਾ ਚ ਵਾਸਤਾ ਪਰਮੇਸ਼ਰ ਦੇ ਪਿਆਰਿਆਂ ਦਾ ਹੌਲੀ ਹੌਲੀ ਹੁੰਦਾ ਹੈ। ਪਹਿਲੇ ਡੰਡੇ ਤੋਂ ਦੂਜੇ, ਫਿਰ ਤੀਜੇ, ਫਿਰ ਚੌਥੇ, ਗਾਹ ਤੋਂ ਗਾਹ ਚੌਥੀ ਅਵਸਥਾ ਇਹ ਪ੍ਰਾਪਤ ਹੁੰਦੀ ਹੈ। ਤ੍ਰੈ ਵਰਤਾਏ ਚੌਥੇ ਘਰ ਵਾਸਾ ਪਰਮੇਸ਼ਰ ਦੇ ਪਿਆਰਿਆਂ ਦਾ ਹੋ ਜਾਂਦਾ ਹੈ। ਕਾਲ ਬਿਕਾਲ ਕੀਏ ਇੱਕ ਗ੍ਰਾਸਾ। ਕਾਲ ਨੂੰ ਬੇਕਾਲ ਕਰ ਦਿੱਤਾ, ਪਰਮੇਸ਼ਰ ਦਾ ਨਾਮ ਜਪ ਜਪ ਇੱਕ ਗਰਾਸ ਗਰਾਹੀ ਕਰ ਲਿਆ, ਭਖਣ ਕਰ ਦਿੱਤਾ, ਨਾਸ਼ ਕਰ ਦਿੱਤਾ। ਕਾਲ ਨਹੀਂ ਮਾਰ ਸਕਦਾ। ਬੜਿਆਂ ਬੜਿਆਂ ਨੇ ਯਤਨ ਕੀਤੇ, ਰਾਵਣ ਆਦਿਕ ਵਰਗਿਆਂ ਨੇ ਸਭ ਬੰਦਗੀ ਕਰਕੇ ਅੰਮ੍ਰਿਤ ਦੀ ਬੂੰਦ ਪੇਟ ਚ ਪ੍ਰਾਪਤ ਕਰ ਲਈ, ਆਪਣੇ ਕਾਲ ਨੂੰ ਆਪਣੇ ਪਾਵੇ ਨਾਲ ਬੰਧ ਲਿਆ। ਅਖੀਰ ਕਾਲ ਨੇ ਉਸ ਮਾਰ ਲਿਆ ਤੇ ਮਰਨ ਸਮੇਂ ਸਿੱਖਿਆ ਪੁੱਛੀ ਸੀ ਲਛਮਣ ਨੇ। ਜਾਂ ਬਜ਼ੁਰਗਾਂ ਨੂੰ ਸਿੱਖਿਆ ਪੁੱਛੀ ਜਾਂਦੀ ਸੀ ਮਰਨ ਸਮੇਂ, ਉਹਨੇ ਇਹੀ ਦਿੱਤੀ ਸੀ ਅੱਜ ਵਾਲਾ ਕੰਮ ਕੱਲ ਤੇ ਨਾ ਛੱਡੋ। ਮੈਂ ਕਾਲ ਨੂੰ ਅੱਜ ਮਾਰੂ, ਕੱਲ ਮਾਰੂ, ਮੈਨੂੰ ਕਾਲ ਹੀ ਖਾ ਗਿਆ, ਕਾਲ ਹੀ ਮਾਰ ਗਿਆ। ਉਹਨੇ ਕਾਲ ਨੂੰ ਭਾਵ ਇੱਕ ਗੁਰਕੀ ਸਮਝਿਆ ਹੋਇਆ, ਗਰਾਜ ਸਮਝਿਆ ਹੋਇਆ, ਮਾਰ ਲਿਆ ਹੋਇਆ। ਉੱਥੇ ਕਾਲ ਦਾ ਵਾਹ ਪੇਸ਼ ਚੱਲਦੀ, ਜਿੱਥੇ ਪਰਮੇਸ਼ਰ ਦਾ ਨਾਮ ਟਿਕਿਆ ਹੋਵੇ ਉੱਥੇ ਜਹ ਸਾਧੂ ਗੋਬਿੰਦ ਭਜਨ ਸੰਸਾਰ ਕੀਤ ਣਾ ਹੋਣਾ ਤੂੰ ਰਹਿ ਛੁੱਟੇ ਨਿਕਟ ਨਾ ਜਾਈ ਹੋ ਕੂਦ ਜਮ ਕਾਲ ਤੂੰ ਤੁਸੀਂ ਨੇੜੇ ਨਾ ਜਾਇਓ। ਨਹੀਂ ਮੈਂ ਨਹੀਂ ਜਮ ਨਹੀਂ ਛੁੱਟ ਕਿਸ ਪ੍ਰਕਾਰ ਕਿਤੇ ਗਰਸ ਲਿਆ ਹੋਇਆ ਕਾਲ ਨੂੰ, ਬਸ ਕਰ ਲਿਆ ਹੋਇਆ ਕਾਲ ਨੂੰ, ਬਹੁਤ ਆਪਣੀ ਮੁੱਠ ਚ ਫੜਿਆ ਹੋਇਆ। ਅੱਜ ਨਹੀਂ ਸਰੀਰ ਛੱਡਣਾ, ਇੰਨੇ ਦਿਨਾਂ ਨੂੰ ਛੱਡਾਂਗੇ, ਅੱਜ ਨਹੀਂ ਅਦੋਂ ਛੱਡਾਂਗੇ, ਫਿਰ ਛੱਡਾਂਗੇ। ਇਸ ਪ੍ਰਕਾਰ ਦੇ ਹੋ ਚੁੱਕੇ ਨੇ ਮਹਾਤਮਾ। ਨਿਰਮਲ ਜੋਤ ਸਰਬ ਜਗ ਜੀਵਨ ਗੁਰ ਅਨਹਦ ਸ਼ਬਦ ਦਿਖਾਇਆ। ਨਿਰਮਲ ਮੈਲ ਤੋਂ ਰਹਿਤ ਉੱਜਲ ਜੋਤ ਜਗਮਗ ਚਮਕਣ ਵਾਲੀ ਜਗਣ ਵਾਲੀ ਸਰਬ ਸਾਰਿਆਂ ਵਿੱਚ ਜਗ ਜੀਵਨ ਪਰਮੇਸ਼ਰ ਗੁਰ ਸਭ ਤੋਂ ਵੱਡਾ ਹੈ। ਬੋਲੇ ਤਰਕ ਨੂੰ ਪ੍ਰਕਾਸ਼ ਕਰਨ ਵਾਲਾ ਅਨਹਦ ਇੱਕ ਰਸ ਸ਼ਬਦ ਜਸ ਕੀਰਤਨ ਉਹਦਾ ਆਨੰਦ ਉਸਦਾ ਜਿਸ ਆਉਂਦਾ ਹੈ, ਸੁਣਿਆ ਆਉਂਦਾ ਹੈ, ਆਨੰਦ ਨੂੰ ਮਾਣਦੇ ਹਨ ਪਰਮੇਸ਼ਰ ਦੇ ਪਿਆਰੇ। ਊਤਮ ਜਾਨ ਸੰਤ ਭਲੇ ਹਰ ਪਿਆਰੇ। ਹਰੀ ਦੇ ਪਿਆਰੇ, ਹਰੀ ਹਰੀ ਜਪਣ ਵਾਲੇ, ਜਿਹੜਾ ਹਾਰ ਦੇਣ ਵਾਲਾ ਤੇ ਬੰਧਨ ਹਰਨ ਵਾਲਾ, ਜਿਹੜਾ ਹਰ ਥਾਂ ਤੇ ਵਾਸਾ ਕਰਨ ਵਾਲਾ ਊਤਮ ਜਨ, ਉਹ ਪਰਮੇਸ਼ਰ ਦੇ ਪਿਆਰੇ ਸਭ ਤੋਂ ਉੱਤਮ ਹੋ ਜਾਂਦੇ। ਸੰਤ ਸ਼ਾਂਤੀ ਨੂੰ ਪ੍ਰਾਪਤ ਹੁੰਦੇ ਆ, ਦੂਜਿਆਂ ਨੂੰ ਸ਼ਾਂਤੀ ਵੰਡਦੇ ਨੇ ਤੇ ਮੰਗ ਵੀ ਇਹੀ ਚਾਹੀਦੀ ਹੈ। ਜਨ ਨਾਨਕ ਨਰਾਸ ਜਾਵੋ ਹਰ ਦਰਸ਼ਨ ਸ਼ਾਂਤ ਜੀਤ। ਭਾਗਾਂ ਵਾਲੀਆਂ ਆਤਮਾ ਨੂੰ ਸੰਤ ਭਗਤ ਆਤਮਾ ਮਿਲਦੀਆਂ ਨੇ, ਉਹਨਾਂ ਵਿੱਚ ਵੀ ਉਹ ਗੁਣ ਆ ਜਾਂਦੇ ਹਨ। ਰਸ ਮਾਤੇ ਪਾਰ ਉਤਾਰੇ। ਹਰੀ ਦੇ ਨਾਮ ਦੇ ਰਾਸ ਵਿੱਚ ਮਾਤੇ ਮਸਤ ਹੋਏ, ਸੰਸਾਰ ਸਾਗਰ ਤੋਂ ਪਾਰ ਉਤਰ ਚੁੱਕੇ ਨੇ ਤੇ ਬੇਅੰਤ ਆਪਣੇ ਸਾਥੀਆਂ ਨੂੰ ਪਾਰ ਲਾ ਰਹੇ ਨੇ। ਆਉਣ ਵਾਲੇ ਸਮੇਂ ਚ ਵੀ ਲਾਉਣਗੇ। ਨਾਨਕ ਰੇਣ ਸੰਤ ਜਨ ਸੰਗਤ ਹਰ ਗੁਰ ਪ੍ਰਸਾਦੀ ਪਾਇਆ। ਨਾਨਕ ਪਾਤਸ਼ਾਹ ਕਹਿੰਦੇ ਰੇਣ ਚਰਨ ਧੂੜ ਇਹੋ ਜਿਹੇ ਮਹਾਤਮਾ ਗੁਰੂ ਸੰਗਤ ਜੇ ਪ੍ਰਾਪਤ ਹੋ ਜਾਵੇ। ਨਾਨਕ ਰੇਣ ਸੰਤ ਜਨ ਸੰਗਤ ਤੇ ਸੰਤ ਜਨਾਂ ਦੀ ਸੰਗ ਭਲੀ ਪ੍ਰਕਾਰ ਗਤ ਪ੍ਰਾਪਤੀ ਕਰਨ ਵਾਲੀ ਇਹ ਵਿਲਾਪ ਹੋ ਜਾਵੇ ਹਰ ਗੁਰ ਪ੍ਰਸਾਦੀ ਤੇ ਗੁਰੂ ਦੀ ਪ੍ਰਸਾਰ ਕਿਰਪਾ ਨਾਲ ਅਵਸਥਾ ਪਾਈ ਜਾਂਦੀ, ਪ੍ਰਾਪਤ ਤੂੰ ਅੰਤਰ ਜਾਮੀ ਜੀਉ ਸਭ ਤੇਰੇ। ਛੋਟੇ ਹੋਣ ਜਾਂ ਵੱਡੇ ਹੋਣ ਅੰਤਰ ਜਾਮੀ ਹੈ, ਸਾਰੇ ਜੀ ਤੇਰੇ ਨੇ ਤੇ ਬੁਰਾ ਭਲਾ ਤਾਂ ਉਹ ਕਿਸੇ ਨੂੰ ਕਹਿੰਦਾ ਸਗਲੇ ਜੀ ਤੁਮਾਰੇ। ਅਸੀਂ ਕਿਸੇ ਨੂੰ ਬੁਰਾ ਕਹਿੰਦੇ, ਕਿਸੇ ਨੂੰ ਭਲਾ ਕਹਿੰਦੇ, ਕਿਸੇ ਨੂੰ ਚੰਗਾ ਕਹਿੰਦੇ ਨਹੀਂ। ਮਨ ਇਹੋ ਜਿਹਾ ਬਣਾਓ ਮਹਾਰਾਜ ਸਾਹਿਬ ਸਾਰੇ ਤੇਰੇ ਬਣਾਏ ਕਿ ਆਪਣੇ ਕਰਮ ਭੋਗ ਰਹੇ ਨੇ ਸਭ ਵਿਚਾਰਿਆਂ ਦੇ ਵਸ ਤੇ ਸਾਨੂੰ ਬੁਰਾ ਕਹੋ ਭਾਵੇਂ ਭਲਾ ਕਹੋ, ਹਮ ਚੰਤਨ ਜੋ ਹੈ ਢਾਰ। ਅਸੀਂ ਮਨ ਨੂੰ ਢਾਲ ਲਿਆ ਹੋਇਆ, ਭਲਾ ਕਹਿ ਲੋ ਕੋਈ ਚੰਗਾ ਕਹਿ ਲੋ, ਭੋਗ ਤੇ ਆਪਣੇ ਕਰਮਾਂ ਦਾ ਭੋਗਣਾ। ਤੂੰ ਅੰਤਰ ਜਾਮੀ, ਤੈਨੂੰ ਉੱਚੀ ਉੱਚੀ ਸਪੀਕਰਾਂ 'ਚ ਸੁਣਾਉਣ ਦੀ ਲੋੜ ਨਹੀਂ, ਤੈਨੂੰ ਟੀਵੀਆਂ ਤੇ ਚੜਾਉਣ ਦੀ ਲੋੜ ਨਹੀਂ, ਤੈਨੂੰ ਇਸ਼ਤਿਹਾਰ ਭਾਵ ਪਾ ਕੇ ਵੰਡਣ ਦੀ। ਤੂੰ ਅੰਤਰ ਜਾਮੀ, ਦਿਲ ਦੀ ਗੱਲ ਫੁਰਨੇ ਦੀ ਗੱਲ ਨੂੰ ਜਾਣਨ ਵਾਲਾ। ਛੋਟੇ ਤੇ ਵੱਡੇ ਸਭ ਜੀ ਮਹਾਰਾਜ ਸਭ ਤੇਰੇ ਪੈਦਾ ਕੀਤੇ, ਤੂੰ ਆਹਾਰ ਦੇਣ ਵਾਲਾ ਤੇ ਚਲਾਉਣ ਵਾਲਾ ਹੈ।
ਤੂੰ ਦਾਤਾ ਹਮ ਸੇਵਕ ਤੇਰੇ। ਦਾਤਾਂ ਨੂੰ ਮੰਨਣ ਵਾਲਾ, ਦਾਤਾਂ ਦੇਣ ਵਾਲਾ ਦਾਤਾ। ਕੀ ਕੁਝ ਦਿੱਤਾ ਦਾਤ ਵਿੱਚ? ਸਰੀਰ ਦਿੱਤਾ, ਸਰੀਰਕ ਨਿਰਮੋਲ ਕਿਸਰੇ ਦਿੱਤੇ, ਪਦਾਰਥ ਦੇ ਰਿਹਾ, ਹੋਰ ਬਹੁਤ ਕੁਝ ਦੇ ਰਿਹਾ। ਬਾਹਰ ਦੋਸਤੋ ਜਿਹੇ ਪਿਆਰੇ ਦੂਧ, ਛੋਟਾ ਜਿਹਾ ਸਰੀਰ ਸੀ ਤੇ ਦਾਤੇ ਨੇ ਸਾਨੂੰ ਦੁੱਧ ਦਿੱਤਾ। ਦਾਤ ਆਸਣਾ ਸਰੀਰ ਪੈਦਾ ਕੀਤਾ, ਲਹੂ ਪਾ ਕਿਉਂ ਨਹੀਂ ਆ ਗਈ? ਮਾਲਕ ਦੀ ਮਰਜ਼ੀ ਹੈ। ਤੇ ਸਰੀਰ ਦੁੱਧ ਕਿਉਂ? ਦੰਦ ਨਹੀਂ, ਮੁੱਖ ਵਿੱਚ ਕਮਜ਼ੋਰ ਹੈ, ਸੁਪਨ ਹੈ। ਇਹ ਪਰਵਿਸ਼ ਹੋ ਜਦੋਂ ਗਰਭ ਤੋਂ ਬਾਹਰ ਨਹੀਂ ਸੀ ਆਇਆ ਉਦੋਂ ਵੀ ਆਹਾਰ ਦਿੱਤਾ, ਆਤਮਾ ਦੇ ਗਰਭ ਅੰਦਰ ਵੀ ਆਹਾਰ ਦਿੱਤਾ, ਜਨਮ ਹੋਏ ਨੂੰ ਵੀ ਆਹਾਰ ਦਿੱਤਾ, ਤੇ ਸਿਆਣੇ ਹੋਣ ਤੋਂ ਮੁਕਤ ਦੰਦ ਦਿੱਤੇ, ਅਨੇਕ ਪ੍ਰਕਾਰ ਦੇ ਪਦਾਰਥ ਦਿੱਤੇ। ਫਿਰ ਬਿਰਧ ਹੋਇਆ, ਉੱਪਰ ਸਾਖ ਸੈਨ ਬੰਦੀ ਬਣਾ ਦਿੱਤੀ। ਕਾਹਦੇ ਲਈ? ਮੌਕੇ ਪਿਆਓ ਬੈਠ ਕੋ ਦੇਣ, ਤੈ ਹੋਣ ਤੋਂ ਬਿਰਧ ਹੋ ਗਿਆ, ਤੇਰੇ ਮੁਖ ਪਾਉਣ ਲਈ ਬੈਠੇ ਨੂੰ ਦੇਣ। ਇਸ ਪ੍ਰਕਾਰ ਮਾਤਾ ਗਰਭ ਤੋਂ ਲੈ ਕੇ ਬਿਰਧ ਹੁੰਦਿਆਂ ਤੱਕ ਇੰਨੀਆਂ ਪਰਉਪਕਾਰੀਆਂ ਤੇਰੇ ਤੇ ਕਿਹੋ ਜਿਹਾ ਦਾਤਾ ਕੋਈ ਦੁਨੀਆ ਦਾ ਹੋਰ ਨਹੀਂ ਹੋ ਸਕਦਾ। ਸਾਨੂੰ ਕੀ ਚਾਹੀਦਾ? ਹਮ ਸੇਵਕ ਤੇਰੇ, ਕੇਵਲ ਤੇਰੇ ਸੇਵਕ ਕਹਾਉਣਾ ਹੀ ਆ, ਬਣਨਾ ਹੀ ਹੈ। ਤੁਮਾਰਾ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਹੋ ਜਾਂਦੀਆਂ ਹਨ। ਕਿਸ ਤਰ੍ਹਾਂ ਬੇਨਤੀਆਂ ਕਰੀਏ? ਤੇ ਅੰਮ੍ਰਿਤ ਨਾਮ ਕਿਰਪਾ ਕਰ ਦੀਜੈ, ਗੁਰ ਗਿਆਨ ਰਤਨ ਦੀਪਾਇਆ। ਆ ਫਿਰਤ ਮੌਤ ਤੋਂ ਰਹਿਤ ਕਰਨ ਵਾਲਾ ਅੰਮ੍ਰਿਤ ਜੀਵਨੀ ਜੀ ਤੇਰਾ ਨਾਮ। ਨਾਮ ਤੋਂ ਉੱਤੇ ਅੰਮ੍ਰਿਤ ਹੋਰ ਕੋਈ ਨਹੀਂ। ਨਾਨਕ ਅੰਮ੍ਰਿਤ ਹੈ ਕਾ ਦੂਜਾ ਅੰਮ੍ਰਿਤ ਨਾਹੀਂ। ਅੰਮ੍ਰਿਤ ਨਾਮ ਨਿਧਾਨ ਹੈ, ਮਿਲਕੀ ਬਹੁ ਪਾਈ। ਜਿਸ ਸਿਮਰਤ ਸੁਖ ਪਾਈ ਹੈ, ਸਭ ਤੇ ਖਾ ਬਜਾਈ। ਕਾਸ ਮੁਕ ਜਾਵੇ, ਕਾਸ਼ ਮੁਕ ਜਾਵੇ। ਅੰਮ੍ਰਿਤ ਨਾਮ ਕਿਰਪਾ ਕਰ ਦਿੱਤੇ ਜੀ। ਕਿਰਪਾ ਬਖਸ਼ ਨਾ ਕਰੇ ਤੇ ਮਿਲਦਾ ਨਹੀਂ, ਮੁੱਲ ਕੇ ਨਹੀਂ ਮਿਲਦਾ, ਮੁੱਲਣਾ ਨਹੀਂ ਮਿਲਦਾ, ਖੋ ਕੇ ਨਹੀਂ ਮਿਲਦਾ, ਲੁੱਟਿਆ ਨਹੀਂ ਮਿਲਦਾ, ਚੋਰੀ ਨਾਲ ਨਹੀਂ ਮਿਲਦਾ। ਕੋਈ ਯਤਨ ਹੈ ਹੀ ਨਹੀਂ ਜਿਸ ਤਰ੍ਹਾਂ ਅੰਮ੍ਰਿਤ ਨਾਮ ਮਿਲ ਸਕੇ। ਤੇ ਗੁਰੂ ਦੀ ਕਿਰਪਾ ਤੋਂ ਬਿਨਾਂ ਅਰਦਾਸ ਮਨਜ਼ੂਰ ਹੋਵੇ ਤੇ ਪ੍ਰਾਪਤ ਹੁੰਦਾ, ਫਿਰ ਜਪਿਆ ਜਾਂਦਾ ਹੈ। ਅੰਮ੍ਰਿਤ ਨਾਮ ਕਿਰਪਾ ਕਰ ਦੀਜੈ, ਕਿਰਪਾ ਕਰਕੇ ਦੇਣਾ ਕਰੋ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਮੰਗ ਮੰਗ। ਗੁਰ ਗਿਆਨ ਰਤਨ ਦੀਪ ਆਇਆ, ਗੁਰੂ ਦਾ ਬਖਸ਼ਿਆ ਗਿਆਨ ਰਤਨ ਰੂਪੀ ਦੀਪ ਆਇਆ। ਦੀਪਾ ਦੋ ਕਰਨ ਵਾਲਾ, ਚਾਨਣ ਕਰਨ ਵਾਲਾ, ਗਿਆਨਤਾ ਦਾ ਹਨੇਰਾ ਮਿਟਣ ਵਾਲਾ, ਸਤਿਗੁਰੂ ਸ਼ਬਦ ਉਜਾਰੋ ਦੀਪਾ। ਦਿਨ ਸਿਓ ਅੰਧਕਾਰ ਤੇ ਮੰਦਰ, ਰਤਨ ਕੋਠੜੀ ਖੁੱਲੀ ਅਨੂਪ। ਅਨੂਪਾ ਉਪਮਾ ਤੋਂ ਰਹਿਤ, ਅੰਦਰ ਦਾ ਹਨੇਰਾ ਮਿਟ ਜਾਵੇ ਤੇ ਗਿਆਨ ਚਾਨਣ ਹੋ ਜਾਵੇ। ਅੰਮ੍ਰਿਤ ਨਾਮ ਕਿਰਪਾ ਕਰਕੇ ਸ਼ਬਦ ਦੀਪਾ ਦੇਣਾ ਕਰੋ, ਜਗ ਪਵੇ, ਅਗਿਆਨਤਾ ਦਾ ਹਨੇਰਾ ਮਿਟ ਜਾਵੇ। ਪੰਜ ਤਤ ਮਿਲ ਇਹੋ ਤਨ ਕੀਆ। ਇਹ ਤਨ ਸਰੀਰ ਜਿਹੜਾ ਕੀਆ ਬਣਾਇਆ ਹੈ, ਪਰਮੇਸ਼ਰ ਨੇ ਪੰਜਾਂ ਤੱਤਾਂ ਨੂੰ ਮੇਲ ਕੇ ਬਣਾਇਆ ਹੈ। ਪਿਛਲੇ ਦੀਵਾਨਾਂ 'ਚ ਵੀ ਪੰਜਾਂ ਤੱਤਾਂ ਦੀ ਵਿਚਾਰ ਆਈ ਹੈ, ਸੂਖਮ ਦੀ ਹੁਣ ਵੀ ਕਰ ਲਈਏ। ਆਕਾਸ਼ ਪਲਾੜ ਹੈ ਸਰੀਰ ਦੇ ਅੰਦਰ, ਤੇ ਲਹੂ ਵਿੱਚ ਪਾਣੀ ਹੈ ਸਰੀਰ ਦੇ ਅੰਦਰ। ਗਰਮ ਰੱਖਣ ਵਾਲੀ ਸ਼ਕਤੀ ਜਠਰ ਅਗਨੀ ਹੈ ਸਰੀਰ ਦੇ ਅੰਦਰ, ਤੇ ਸਰੀਰ ਆਪ ਹੱਡ ਚਮ ਮਿੱਟੀ ਹੈ। ਇਸ ਪ੍ਰਕਾਰ ਜੋਤ ਕਰਤੇ ਪੁਰਖ ਨੂੰ ਚਲਾਈ ਫਿਰਦੀ ਹੈ। ਇਹ ਪੌਣ ਪਾਣੀ ਦਾ ਮੇਲ ਹੈ। ਇਹੀ ਤੱਤਾਂ 'ਚ ਮਿਲ ਜਾਂਦੇ ਜੋ ਸਰੀਰ ਛੱਡਦਾ ਜੀ। ਬੁੱਝਰੇ ਗਿਆਨੀ ਹੋਇਆ ਹੈ ਕੌਣ? ਪੌਣੀ ਪਾਣੀ ਅਗਨੀ ਕਾਂਦੀ। ਇਹਨਾਂ ਹਵਾ ਦਾ, ਅਗਨੀ ਦਾ, ਪਾਣੀ ਦਾ ਤੇ ਮਿੱਟੀ ਦਾ ਮੇਲ ਕਿੰਨ ਰੱਖੀਤਾ ਹੈ ਪਰਮੇਸ਼ਰ ਕਰਤੇ ਪੁਰਖ ਨੇ। ਤੁਸੀਂ ਇਕੱਠਾ ਕਰੋ, ਕਿਸੇ ਜਾਨ ਪਾ ਸਕਦੇ ਹੋ ਨਹੀਂ। ਪੰਜ ਤੱਤ ਮਿਲ ਇਹੋ ਤਨ ਸਰੀਰ, ਇੱਕ ਨਹੀਂ ਸਾਰੇ ਸਰੀਰ ਤੁਮਨੇ ਕੀਆ ਬਣਾਉਣਾ ਕੀਤੇ ਹਨ। ਆਤਮ ਰਾਮ ਪਾਏ ਸੁਖ ਥੀਆ। ਆਤਮਾ ਵਿੱਚ ਰਾਮ ਨੂੰ ਪਾ ਕੇ, ਉਹਦੀ ਜੋਤ ਨੂੰ ਪਾ ਕੇ, ਜਦੋਂ ਸਦਾ ਨੂੰ ਪਾ ਕੇ ਸੁਖ ਦੀਆ। ਤੇ ਸਾਥੀ ਸੰਤੋਖ ਦੇਣ ਵਾਲਾ ਵੀ ਉਹ ਆਪ ਹੀ ਹੈ। ਕਰਮ ਕਰਤੂਤ ਅੰਮ੍ਰਿਤ ਫਲ ਲਾਗਾ, ਹਰ ਨਾਮ ਰਤਨ ਮਨ ਪਾਇਆ। ਕਰਮ ਜਿਹੜੇ ਜੀਵ ਕਰਦਾ ਹੈ, ਕਰਤੂਤ ਜਿਹੜੇ ਭਾਵ ਜੀਵ ਚੰਗੀ ਕਰਦਾ ਹੈ, ਅੰਮ੍ਰਿਤ ਆ ਮਿਰਤ ਮੌਤ ਤੋਂ ਰਹਿਤ ਫਲ। ਇਹ ਕਰਮ ਕਰਤੂਤ ਹੈ ਵੇਲ। ਇਸੇ ਪ੍ਰਕਾਰ ਫੁੱਲ ਹਨ। ਤੋ ਇਹ ਕੀਤੇ ਹੋਏ ਕਰਮ ਤੇ ਅੰਮ੍ਰਿਤ ਰੂਪੀ ਫਲ ਲੱਗਦਾ ਹੈ ਇਸ ਦਿਨ। ਹਰ ਨਾਮ ਰਤਨ ਮਨ ਪਾਇਆ, ਜਿਹੜਾ ਨਾਮ ਰੂਪੀ ਰਤਨ ਬਹੁ ਕੀਮਤੀ ਪਾਇਆ ਹੈ। ਇਸ ਵੇਲ ਨੂੰ, ਕਰਮਾਂ ਰੂਪੀ ਵੇਲ ਨੂੰ, ਇਹੋ ਜਿਹੇ ਧਰਮ ਰੂਪੀ ਫੁੱਲ ਤੇ ਅੰਮ੍ਰਿਤ ਰੂਪੀ ਫਲ, ਹਰੀ ਦਾ ਨਾਮ ਰਤਨ ਰੂਪੀ, ਇਹ ਲੱਗਦਾ ਹੈ ਕਿ ਉਸ ਨੂੰ ਜੀਵ ਪ੍ਰਾਪਤ ਹੁੰਦਾ ਹੈ। ਨਾ ਤਿਸ ਭੂਖ ਪਿਆਸ ਮਨ ਮਾਨਿਆ। ਅੰਮ੍ਰਿਤ ਨਾਮ ਪਰਮੇਸ਼ਰ ਦਾ ਨਾਮ ਰੂਪੀ ਫਲ ਰਸ ਪ੍ਰਾਪਤ ਹੋ ਗਿਆ। ਨਾ ਤਿਸ
ਤੇ ਨਾ ਪਿਆਸ, ਨਾ ਕਿਤੇ ਪ੍ਰਭ ਦਾ ਵਡਿਆਈ ਦੀ ਭੁੱਖ ਹੈ ਤੇ ਨਾ ਪਦਾਰਥਾਂ ਦੀ ਪਿਆਸ। ਤੋ ਮਨ ਮਾਨਿਆ ਭਾਵ ਇਹ ਭੁੱਖਾਂ ਤੇ ਪਿਆਸਾਂ ਉਹਨਾਂ ਦੀਆਂ ਮਿਟ ਜਾਂਦੀਆਂ ਨੇ। ਮਨ ਮਾਨਿਆ ਨਾਨਕ ਭੂਖ ਪਿਆਸ ਮਨ ਮਾਨਿਆ, ਮਨ ਮੰਨ ਗਿਆ ਉਹਦੇ ਸ਼ਬਦ ਤੇ ਨਾਮ ਤੇ ਭੁੱਖਾਂ ਪਿਆਸਾਂ ਮਿਟ ਗਈਆਂ ਹਨ। ਸਰਬ ਨਿਰੰਜਨ ਘਾਟ ਘਾਟ ਜਾਣਿਆ, ਸਰਬ ਸਾਰੀ ਥਾਈ ਨਿਰੰਜਨ ਕਰਤਾ ਪੁਰਖ ਅੰਜਨ, ਕਾਲਖ ਤੋਂ ਰਹਿਤ ਜੰਮਣ ਮਰਨ ਤੋਂ ਰਹਿਤ, ਮਾਇਆ ਦੀ ਕਾਲਖ ਤੋਂ ਰਹਿਤ, ਘਟਾ ਘਟਾਵੇ ਉਸ ਨੂੰ ਜਾਣਿਆ। ਜਾਣਨਾ ਕੀਤਾ ਹੈ ਆਪਣੇ ਸਾਡੇ ਵਿੱਚ ਵੀ ਉਹੀ ਹੈ, ਸਾਰਿਆਂ ਵਿੱਚ ਵੀ ਉਹੀ ਹੈ। ਜਿਹੋ ਜਿਹੀ ਦਰਦ ਸਾਨੂੰ ਹੈ ਇਹੋ ਜਿਹੀ ਦੂਜਿਆਂ ਨੂੰ ਹੈ। ਇਹ ਨਹੀਂ ਵੀ ਦੂਜੇ ਨੂੰ ਨਹੀਂ ਕੰਮ ਕਰਵਾਓ ਤੇ ਦੋ ਕੁਛ ਨਾ ਵੱਢ ਲਓ ਤੇ ਖਾ ਲਓ ਤੇ ਮਨਾਈਆਂ ਕਰ ਲਵੋ। ਇਸ ਪ੍ਰਕਾਰ ਸਾਰਿਆਂ ਥਾਈ ਉਸੇ ਦੀ ਜੋਤ ਸਰਬ ਨਿਰੰਜਨ ਇੱਕ ਰਸ ਅੰਜਨ ਕਾਲਖ ਤੋਂ ਰਹਿਤ ਪਰਮੇਸ਼ਰ ਘਟਾ ਘਟਾ ਜਾਣਿਆ ਜਾਣਨਾ ਕੀਤਾ ਹੈ। ਅੰਮ੍ਰਿਤ ਰਸ ਰਾਤਾ ਕੇਵਲ ਬੈਰਾਗੀ, ਗੁਰਮਤਿ ਭਾਏ ਸੁਭਾਇਆ। ਅੰਮ੍ਰਿਤ ਮੌਤ ਤੋਂ ਰਹਿਤ ਕਰਨ ਵਾਲਾ ਨਾਮ ਦਾ ਰਸ, ਬਾਣੀ ਦਾ ਰਸ, ਕੀਰਤਨ ਦਾ ਰਸ। ਕੀਰਤਨ ਪਾਠ ਤਾਂ ਹੋ ਰਿਹਾ ਹੈ, ਕਥਾ ਵੀ ਹੋ ਰਹੀ ਹੈ। ਰਸ ਇਹ ਭਾਗਾਂ ਵਾਲਿਆਂ ਨੂੰ ਪ੍ਰਾਪਤ ਹੁੰਦਾ ਹੈ। ਬਾਣੀ ਉੱਚ ਰਹੇ ਸਾਰ ਜਾਣ, ਅੰਮ੍ਰਿਓ ਚੱਲੇ ਝਰਨੇ, ਅੰਮ੍ਰਿਤ ਦੇ ਝਰਨੇ, ਰਸ ਦੇ ਝਰਨੇ। ਅੰਮ੍ਰਿਤ ਰਸ ਰਾਤਾ ਉਹਦੇ ਵਿੱਚ ਰੱਤੇ ਨੇ ਕੇਵਲ ਵਿਰਾਗਵਾਨ ਪਰਮੇਸ਼ਰ ਦੇ ਪਿਆਰੇ। ਵਿਰਾਗ ਇੱਕ ਰਤਨ ਹੈ ਤੇ ਵਿਰਾਗ ਨਾਲ ਤਿਆਗ ਪੈਦਾ ਹੁੰਦਾ ਹੈ। ਅੰਮ੍ਰਿਤ ਰਸ ਰਾਤਾ ਉਹਦੇ ਵਿੱਚ ਰੱਤੇ ਕੇਵਲ ਵਿਰਾਗੀ ਪੁਰਖ, ਗੁਰਮਤੀਆਂ ਗੁਰਸਿੱਖਿਆ ਲੈਣ ਵਾਲੇ ਭਾਏ ਸੁਭਾਇਆ। ਉਹ ਭਾਵਨਾ ਸਹਿਤ ਸੁਭਾਅ ਭਾਗੇ ਪਰਮੇਸ਼ਰ ਕਰਤੇ ਪੁਰਖ ਦੇ ਤਾਈ। ਅਧਿਆਤਮ ਕਰਮ ਕਰੇ ਦਿਨ ਰਾਤੇ, ਮੁਖ ਆਤਮਾ ਨੂੰ ਮੁਖ ਰੱਖ ਕੇ ਅਧਿਆਤਮੀ ਕਰਮ, ਚੰਗੇ ਕਰਮ ਜਿਹੜੇ ਵੀ ਤੇ ਰਾਤ ਵੀ ਕਰਦੇ। ਦੁਨੀਆ ਦੇ ਲੋਕ ਕਰਮ ਕਰਦੇ, ਸ਼੍ਰੇਸ਼ਟ ਕਰਮ ਨਹੀਂ ਕਰਦੇ, ਕੋ ਕਰਮ ਕਰਦੇ ਨੇ, ਅਧਿਆਤਮੀ ਕਰਮ ਨਹੀਂ ਕਰਦੇ। ਇਹ ਭਾਗਾਂ ਵਾਲੀਆਂ ਗਿਆਨਵਾਨਾਂ ਦੇ ਹਿੱਸੇ ਆਏ ਇਹਨਾਂ ਦਾ ਚੰਗੇ ਕਰਮ, ਪਰਉਪਕਾਰੀ ਵਾਲੇ ਕਰਮ। ਨਿਰਮਲ ਜੋਤ ਨਿਰੰਤਰ ਜਾਤੇ, ਨਿਰਮਲ ਉਜੜ ਜੋਤ ਉਸ ਪਰਮੇਸ਼ਰ ਕਰਤੇ ਪੁਰਖ ਨਿਰੰਤਰ ਇੱਕ ਰਾਸ, ਜਿਨ੍ਹਾਂ ਨੇ ਸਾਰੀ ਥਾਈਂ ਜਾਤੀ ਜਾਣ ਲੈਣਾ ਕੀ। ਹਰ ਇੱਕ ਸੀ ਸਰੀਰ ਵਿੱਚ ਹਰ ਥਾਂ ਵਿੱਚ ਉਹਦੀ ਜੋਤ ਹੈ। ਕਿਤੇ ਉਹ ਜੋਤ ਢੱਕੀ ਹੋਈ ਹੈ, ਕਿਤੇ ਸਾਖਿਆਤ ਜਗ ਕਰੋੜ ਅਪਰਾਧ ਸ਼ਾਦੀ ਹੋਈ ਹੈ, ਢੱਕੀ ਹੋਈ। ਨਿਰਮਲ ਜੋਤ ਨਿਰੰਤਰ ਇੱਕ ਰਸ, ਜਾਤੀ ਜਾਣਨਾ ਕੀਤੀ ਸਾਰੀ ਸ੍ਰਿਸ਼ਟੀ ਦੇ ਵਿੱਚ। ਸ਼ਬਦ ਰਸਾਲ ਰਸਨ ਰਸ ਰਸਨਾ, ਪੇਣ ਰਸਾਲ ਵਜਾਇਆ। ਗੁਰੂ ਦਾ ਸ਼ਬਦ ਜਿਹੜਾ ਰਸਾਂ ਦਾ ਕਾਲ ਹੈ, ਰਸਾਲ ਇੱਕ ਰਸ, ਰਸਨਾ ਨਾਲ ਰਸ ਪ੍ਰਸਨ। ਜਿਨ੍ਹਾਂ ਨੇ ਗਾਉਣਾ ਕੀਤਾ ਤੇ ਦੇਣ ਸਾਜ ਬੰਸਰੀ ਰਸਾਲ ਰਸਾਂ ਦਾ ਘਰ ਵਜਾਉਣੀ ਕੀਤੀ, ਸਾਜ ਤੇ ਵੱਜਦੇ ਨੇ। ਇਹੋ ਜਿਹਾ ਵਜਾਉਣ ਵਾਲੇ ਦਾ ਜੀਵਨ ਆਤਮਾ ਹੈ, ਉਹਨਾਂ ਕੁ ਰਸ ਪੈਦਾ। ਕ੍ਰਿਸ਼ਨ ਭਗਵਾਨ ਦੀ ਬਾਂਸਰੀ ਦੀ ਸਿਫਤ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਦਸਮ ਗ੍ਰੰਥ ਵਿੱਚ ਕੀ ਹੈ। ਜਦੋਂ ਬਾਂਸਰੀ ਵਜਾਉਂਦੇ ਆ ਤੇ ਕੀ ਹੁੰਦਾ ਹੈ। ਜੋ ਜੜ ਸਰੋਨਨ ਮੈਂ ਧੁਨ, ਤਿਆਗ ਕੇ ਧਾਮ ਤਾਹਾਂ ਕੋ ਧਾਮ। ਜੋ ਖਗ ਉੱਡ ਰਹੇ ਨਭ ਮੈਂ, ਠੰਡ ਰਹੇ ਚਾਂਦਨ ਪਾਵੇ। ਤੀਰ ਵਹਿ ਨੀ ਕਾਂਤ ਰਿਆ ਸੁਨ, ਬਿਰਜ ਕਿਉਜ ਰਹੇ ਲਿਵਦਾਵੇ। ਕ੍ਰਿਸ਼ਨ ਭਗਵਾਨ ਬਾਂਸਰੀ ਵਜਾਉਂਦੇ ਆ ਤੇ ਜੜ ਪੱਥਰ ਹਿੱਸਾ ਨੇ, ਉਹ ਚੇਤਨਤਾ ਨੂੰ ਪ੍ਰਾਪਤ ਹੋ ਕੇ ਤੁਰਨ ਲੱਗ ਜਾਂਦੇ, ਪੱਥਰ ਪਿਘਲ ਜਾਂਦੇ ਤੇ ਨਭ ਆਕਾਸ਼ ਵਿੱਚ ਉੱਡ ਰਹੇ ਖਗ ਜਾਨਵਰ, ਠਾਂਡ ਰਹੇ ਸੁਨ ਜਾਂ ਸੁਨ ਪਾਵੇ। ਭਗਵਾਨ ਹੈ, ਅਵਤਾਰ ਹੈ, ਸ਼ਕਤੀ ਦਾ ਮਾਲਕ ਹੈ, ਪਰਮੇਸ਼ਰ ਦਾ ਭੇਜਿਆ ਆਇਆ ਹੈ। ਜਾਨਵਰਾਂ ਨੇ ਧੁਨੀ ਸੁਣ ਲਈ ਤੇ ਖੋਲ ਖਲੋ ਕੇ ਖੜ ਗਏ, ਬਸ ਹੋ ਪਾਣੀ ਵਗਦਾ ਰੁਕ ਗਿਆ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ, ਜਮਨਾ ਵਗਦੀ ਹੈ, ਪੌਂਟਾ ਸਾਹਿਬ ਕਵੀ ਕਹਿੰਦੇ ਸਾਗ ਬੜਾ ਆਉਂਦਾ ਹੈ, ਕਵਿਤਾ ਲਿਖੀ ਪਾਣੀ ਪੜ੍ਹਨੀ। ਸਾਹਿਬਾਂ ਨੇ ਹੁਕਮ ਲਾਤਾ ਜਮਨਾ ਇੱਥੋਂ ਚੁੱਪ ਕਰਕੇ ਨੱਚਿਆ। ਹੁਣ ਤੱਕ ਚੁੱਪ ਕਰਕੇ ਨਾ ਦੋਨਾਂ ਵਿੱਚ ਹੈ। ਸਾਰੀ ਸ੍ਰੀ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਸਾਹਿਬ ਮੁਗਲਾਂ ਦੇ ਵੇਲੇ ਤੇ ਮੁਗਲਾਂ ਨੇ ਸਾਜ਼ ਵਜਾਉਣੇ ਬੰਦ ਕੀਤੇ, ਸਰੋਤ ਮਨ ਚੰਚਲ ਕਰਦੇ ਹੈ। ਸਾਹਿਬਾਂ ਨੇ ਕੀਰਤਨ ਗਾਇਆ, 100 ਸਮੇਂ ਦਾ ਫੌਜਦਾਰ ਆਇਆ, ਫੌਜ ਲੈ ਕੇ ਘੇਰਾ ਪਾ ਲਿਆ, ਗੁਰੂ ਸਾਹਿਬਾਂ ਨੂੰ ਪਕੜ ਲਿਆ। ਸਾਹਿਬ ਸਾਜ਼ ਵਜਾ ਕੇ ਪੜ੍ਹ ਰਹੇ ਸਨ। ਸੁਣ ਮਨ ਮਿੱਤਰ ਪਿਆਰਿਆ, ਮਿਲ ਵੇਲਾ ਹੈ ਇਹ, ਜਬ ਲਗ ਜੋ ਵਿਨਸਾਸ ਹੈ, ਤਬ ਲਗ ਇਹੋ ਤਨ ਤੇ। ਸ਼ਬਦ ਪੜ੍ਹ ਰਹੇ ਨੇ,
ਤੇ ਸ਼ਬਦ ਸੁਣ ਕੇ ਤੇ ਸਾਜ਼ ਸੁਣ ਕੇ ਜਿਨ੍ਹਾਂ ਨੂੰ ਪਕੜ ਲਈ ਆਇਆ ਸੀ ਭੁੱਲ ਗਿਆ ਆਪਣਾ ਆਪ। ਮੈਂ ਕਿੱਥੇ ਆਇਆ? ਅਹਿਲਕਾਰ ਮੁਸਲਮਾਨ ਚੌਧਰੀ, ਤੇ ਨਾਲ ਹੀ ਨੱਚੀ ਜਾਂਦਾ ਸ਼ਬਦ। ਬਸ ਇਸ ਪ੍ਰਕਾਰ ਇਹ ਰਾਸ, ਕਿਹੜਾ ਸਰੂਰ, ਕਿਹੜਾ ਨਸ਼ਾ ਜਿਹਨੇ ਮਸਤੀ ਲਿਆ ਦਿੱਤੀ, ਜਿਹਨੇ ਆਪਣਾ ਆਪ ਬੁਲਾ ਦਿੱਤਾ, ਉਹ ਕਿਹੜੀ ਬੇਨ, ਕਿਹੜਾ ਸਾਰਸਾਂ ਦਾ ਘਰ, ਗੁਰੂ ਦਾ ਸ਼ਬਦ। ਗੁਰੂ ਕੀ ਬਾਣੀ ਚੰਗੀ ਅਵਸਥਾ ਵਾਲਾ ਪੜ੍ਹਨ ਵਾਲਾ ਹੋਵੇ, ਕੀਰਤਨ ਰੂਪ ਵਿੱਚ ਹੋਵੇ, ਕਥਾ ਰੂਪ ਹੋਵੇ, ਉਸ ਵਿੱਚ ਜਿਹੜਾ ਰਸਨਾ ਨੂੰ ਰਸ ਪੈਦਾ ਹੋ, ਉਸ ਰਸ ਨੂੰ ਸੁਣ ਕਰਕੇ, ਲੈ ਕਰਕੇ ਦੇਣ ਇਹ ਰਸਾਲ ਰਸਾਂ ਦਾ ਘਰ ਵਜਾਇਆ, ਵੱਜ ਆਇਆ ਅਨਹਦ ਵੱਜ, ਤੇ ਨੰਦ ਨੂੰ ਮਾਣਦੇ ਹਨ। ਦੇਣ ਰਸਾਲ ਵਜਾਵੈ ਸੋਈ, ਬਾਣੀ ਰਸਾਂ ਦਾ ਘਰ ਵਜਾਉਣ ਵਾਲਾ, ਇਸ ਵਾਜੇ ਨੂੰ, ਇਸ ਜੋਤ ਨੂੰ ਜਗਾਉਣ ਵਾਲਾ ਸੋਈ ਪਰਮੇਸ਼ਰੀ ਹੈ। ਜਾ ਕੇ ਤਰਭਵਨ ਸੋਜੀ ਹੋਈ, ਜਿਨ੍ਹਾਂ ਦੀ ਸੋਚੀ ਤਿੰਨਾਂ ਭਵਨਾਂ ਤੱਕ ਗਿਆਤ ਪਹੁੰਚ ਹੈ। ਨਾਨਕ ਬੂਝਾ ਇਹ ਵਿਦ ਗੁਰਮਤ, ਹਰਿ ਰਾਮ ਨਾਮ ਲਿਵ ਲਾਇਆ। ਗੁਰੂ ਨਾਨਕ ਪਾਤਸ਼ਾਹ ਬੁੱਝਣਾ ਕਰੋ, ਸਮਝਣਾ ਕਰੋ ਇਸ ਵਿਧੀ ਅਨੁਸਾਰ ਗੁਰਮਤਿ ਸਿੱਖਿਆ ਲੈ ਕੇ। ਹਰੀ ਦਾ ਰਾਮ, ਪਰਮੇਸ਼ਰ ਦਾ ਨਾਮ, ਉਹਦੇ ਨਾਲ ਲਿਵ ਬਿਰਤੀ ਜਿਨ੍ਹਾਂ ਨੇ ਲਾਈ, ਉਹਨਾਂ ਨੂੰ ਗਿਆਨ ਸੋਝੀ ਹੋਈ ਪਤਾ ਚੱਲਿਆ ਹੈ। ਐਸੇ ਜਨ ਬਿਰਲੇ ਸੰਸਾਰੇ, ਰਸ ਨੂੰ ਮੰਨਣ ਵਾਲੇ, ਸੋਝੀ ਗਿਆਨ ਨੂੰ ਪ੍ਰਾਪਤ ਹੋਣ ਵਾਲੇ, ਲਿਵ ਬਿਰਤੀ ਸੱਚ ਚਲਾਉਣ ਵਾਲੇ, ਐਸੇ ਜਨ ਬਿਰਲੇ ਸੰਸਾਰੇ, ਵਿਰਲੇ ਵਿਰਲੇ, ਐਨ ਵਿਰਲੇ ਨਾਹੀ ਕਣੀ, ਬਹੁਤੇ ਨਹੀਂ। ਐਲ ਫਕਰ ਸੰਸਾਰ ਜਗ ਮੈਂ ਉਤਮ ਕਾਢੀਐ, ਵਿਰਲੇ ਕਈ। ਅਣਦਿੱਤੇ ਨੇ ਸਮਝਾਉਣ ਲਈ ਉਹ ਵਿਰਲੇ ਨੇ ਜਿਨ੍ਹਾਂ ਨੇ ਸੋਝੀ ਹੋਈ ਇਹ ਗਿਆਨ ਹੋਇਆ, ਰਸ ਨੂੰ ਲਿਆ, ਪ੍ਰਾਪਤੀ ਕੀਤੀ। ਗੁਰ ਸ਼ਬਦ ਵਿਚਾਰ ਹੈ ਰਹਿ ਨਿਰਾਰੇ, ਗੁਰੂ ਕੇ ਸ਼ਬਦ ਦੀ ਵਿਚਾਰ ਕਰਦੇ ਐ, ਸ਼ਬਦ ਬ੍ਰਹਮ ਦੀ ਵਿਚਾਰ ਕਰਦੇ ਐ, ਸ਼ਬਦ ਉਪਦੇਸ਼ ਦੀ ਵਿਚਾਰ ਕਰਦੇ ਐ। ਉਹਦੇ ਸ਼ਬਦ ਚੋਂ ਕੀ ਸੁਣਿਆ, ਕੀਰਤਨ ਚੋਂ ਕੀ ਸੁਣਿਆ, ਪਾਠ ਤੋਂ ਕੀ ਸੁਣਿਆ, ਕਥਾ ਤੋਂ ਕੀ ਸੁਣਿਆ। ਗੁਰ ਸਭ ਤੋਂ ਵੱਡਾ ਹੈ, ਗੁਰ ਹਨੇਰਾ ਦੂਰ ਕਰਕੇ ਰੂਪ ਪ੍ਰਕਾਸ਼ ਕਰਨ ਵਾਲਾ, ਗੁਰ ਦਰਸ਼ਨ ਵਾਲਾ। ਉਹਦਾ ਸ਼ਬਦ ਸਾਨੂੰ ਕੀ ਕਹਿੰਦਾ? ਇੱਕ ਅਕਾਲ ਪੁਰਖ ਦੇ ਪੁਜਾਰੀ ਬਣੋ, ਅਵਤਾਰਾਂ ਦੇ ਨਹੀਂ, ਪਕਬਰਾਂ ਦੇ ਨਹੀਂ, ਦੇਵਤਾਂ ਦੇਵੀ ਦੇਵਤਿਆਂ ਦੇ ਨਹੀਂ, ਸਭ ਰੱਬ ਦੇ ਬਣਾਏ ਐ। ਤੇ ਰੱਬ ਦੇ ਬਣਾਇਆ ਨਾਲ ਵੈਰ ਤਾਂ ਨਹੀਂ, ਨਾ ਈਰਖਾ ਤਾਂ ਨਹੀਂ। ਮਿਲ ਕੇ ਚੱਲੋ ਸਾਰਿਆਂ ਨਾਲ, ਮੁੱਖ ਨਿਸ਼ਾਨਾ ਇੱਕ ਦਾ ਹੀ ਹੋਵੇ। ਇਸ ਪ੍ਰਕਾਰ ਦੇ ਨਾਲ ਇਹ ਵੀ ਹੋਵੇ ਕਿ ਹਮ ਨਹੀਂ ਚੰਗੇ, ਬੁਰਾ ਨਹੀਂ ਹੋਏ, ਪਰਣਵਤ ਨਾਨਕ ਤਾਰੇ ਸੋਏ। ਗੁਰ ਸ਼ਬਦ ਉਹਦੀ ਵਿਚਾਰ ਹੈ, ਰਹਿ ਹੈ ਨਿਰਾਰਾ ਹੈ। ਸਾਰੇ ਸਰੀਰ ਨੂੰ ਨਿਰਾਰਾ ਤੇ ਵੱਖਰਾ ਤੇ ਅਸੰਗ ਜਿਹਾ ਹੋ ਕੇ ਰਹਿਣਾ ਕਰੇ, ਬੜੀ ਮੁਸ਼ਕਲ ਦੀ ਗੱਲ ਹੈ। ਆਪ ਤਰਹਿ ਸੰਗ ਤੋ ਕੁਲ ਤਾਰਹਿ, ਤਿਨ ਸਫਲ ਜਨਮ ਜਗ ਆਇਆ। ਇਸ ਤਰ੍ਹਾਂ ਦੇ ਖਿਆਲ ਵਾਲਾ, ਇਹੋ ਜਿਹੀ ਵਿਚਾਰ ਵਾਲਾ ਜਿਹਦੇ ਮਨ ਤੇ ਵਸ ਜਾਵੇ, ਜਿਹਨੂੰ ਧਾਰਨਾ ਦੀ ਜਾਟ ਆ ਜਾਵੇ, ਕਮਾਉਣ ਲੱਗ ਜਾਵੇ, ਆਪ ਤਰ, ਉਹਨੇ ਆਪ ਤੇ ਆਪ ਆਵਾਸ਼ ਤਰਨਾ ਹੀ ਸੰਸਾਰ ਸਾਗਰ। ਉਹਨੇ ਮੋਹ ਰੂਪੀ ਚਿੱਕੜ ਚ ਖੁਬਣਾ ਨਹੀਂ, ਦੁਖੀ ਹੋਣਾ ਨਹੀਂ। ਸੰਗਤ ਕੁਲ ਤਾਰ ਹੈ, ਉਹਦੇ ਨੇੜੇ ਰਹਿਣ ਵਾਲੀ ਸੰਗਤ ਵੀ ਤਰ ਜਾਂਦੀ, ਉਹਨਾਂ ਦੀ ਸੰਗਤ ਕਰਨ ਵਾਲੇ ਸਾਥੀ ਨਿਕਟ ਵਰਤੀ ਸੰਬੰਧੀ ਵੀ ਤਰ ਜਾਂਦੇ, ਉਹਦੀਆਂ ਕੋਲਾਂ ਤਰ ਜਾਂਦੀਆਂ। 21 ਕੋਲਾਂ, ਇੱਕ ਤੋਂ ਇੱਕ ਕੋਲ। ਆਪ ਤਰ ਹੈ, ਸੰਗਤ ਕੁਲ ਤਾਰ ਹੈ। ਫਿਰ ਸਫਲ ਜਨਮ ਜਗ ਆਇਆ, ਧੰਨ ਗੁਰੂ ਨਾਨਕ ਪਾਤਸ਼ਾਹ ਰਸਨਾ, ਉਹਦਾ ਜਨਮ ਸਫਲਾ, ਜਗਤ ਤੇ ਆਉਣਾ ਸਫਲਾ, ਦੁਨੀਆ ਤੋਂ ਜਾਣਾ ਵੀ ਸਫਲਾ। ਆਪ ਤਰਿਆ ਤਾਂ ਆਪ ਤਰਨ ਤਰੇਣ ਸ੍ਰਿਸ਼ਟਾ ਭਾਈ ਗੁਰਦਾਸ, ਆਪ ਤਰਦੇ ਸ੍ਰਿਸ਼ਟੀ ਦਾ ਤਾਂ ਉਧਾਰ ਕਰ ਲੈਂਦੇ। ਧੰਨ 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 ਜਨ ਆਇਆ, ਜਿਸ ਪ੍ਰਸਾਰ ਸਭ ਜਗਤ ਤਰਾਇਆ। ਜਨ ਆਵਨ ਕਹੈ ਸੁਆਓ, ਜਨ ਕੇ ਸੰਗ ਜਨ ਆਵੇ ਨਾਓ। ਆਉਣਾ ਵੀ ਸਫਲ, ਦੁਨੀਆ ਦੇ ਵਿਚਰਨਾ ਵੀ ਸਫਲ, ਤੇ ਜਾਣਾ ਵੀ ਸਫਲ ਹੈ। ਇਸ ਪ੍ਰਕਾਰ ਰਾਸ ਲੈ ਲੈ ਗੁਰੂ ਸ਼ਬਦ ਨੂੰ ਜਿਹੜੇ ਗਾਉਂਦੇ, ਪੜ੍ਹਦੇ ਤੇ ਸੁਣਦੇ ਹਨ। ਤਿਨ ਸਫਲ ਜਨਮ ਜਗ ਆਇਆ, ਜਗਤ ਤੇ ਆਉਣਾ ਜਨਮ ਸਫਲਾ ਹੈ, ਉਹਨਾਂ ਦੂਜਿਆਂ ਦਾ ਵੀ ਸਫਲਾ ਕਰ ਦਿੱਤਾ। ਘਰ ਦਰ ਮੰਦਰ ਜਾਣੈ ਸੋਈ, ਘਰ ਦੇ ਦਰ ਅੰਦਰ, ਮੰਦਰ ਵਿੱਚ ਘਰ, ਉਹਦਾ ਦਰ ਦਰਵਾਜ਼ਾ, ਸੰਗਤ ਨੂੰ ਜਾਣੇ। ਉਹ ਮਾਲਕ ਪਰਮੇਸ਼ਰ ਆਪ ਹੀ ਜਾਣਨ ਵਾਲਾ ਹੈ। ਜਿਸ ਪੂਰੇ ਗੁਰ ਤੇ ਸੋਜੀ ਹੋਈ, ਹੋਣਗੇ ਪੂਰੇ ਕਹਿਣ ਦੀ ਲੋੜ ਪਈ, ਕੋਈ ਹੁੰਦਾ ਨਹੀਂ ਲੋੜ ਸੀ। ਅਧੂਰਿਆਂ ਤੋਂ ਬਚ ਕੇ ਤੇ ਪੂਰੇ ਗੁਰੂ ਤੋਂ ਇਹ ਸੋਝੀ, ਇਹ ਗਿਆਨ, ਇਹ ਸਮਝ ਪਈ। ਜਿਹਦਾ ਗੁਰੂ ਆਪ ਨਸ਼ਿਆਂ ਦੇ ਵਿਸ਼ਿਆਂ 'ਚ ਡੁੱਬਾ ਹੋਇਆ, ਖੁੱਭਿਆ ਹੋਇਆ, ਉਹ ਚੇਲੇ ਕਿਵੇਂ ਤਰ ਸਕਦੇ ਐ?
ਜਿਸ ਪੂਰੇ ਗੁਰ ਤੇ ਸੋਝੀ ਹੋਈ, ਗਿਆਨ ਪ੍ਰਾਪਤ ਹੋ ਗਈ, ਗਿਆਨ ਪ੍ਰਾਪਤ ਹੋ ਗਿਆ, ਪਤਾ ਚੱਲ ਗਿਆ। ਕਾਇਆ ਗੜ ਮਹਿਲ ਮਹਿਲੀ ਪ੍ਰਣ ਸਾਚਾ। ਇਹ ਕਾਇਆ ਗੜ ਜਿਹੜਾ ਕਿਲਾ ਹੈ, ਮਹਿਲੀ ਪ੍ਰਵੇਸ਼ਨ ਸੰਸਾਰ ਸੱਚੇ ਦਾ ਬਣਾਇਆ ਹੋਇਆ ਹੈ। ਸੱਚ ਸਾਚਾ ਤਖਤ ਰਚਾਇਆ। ਸੱਚੇ ਨੇ ਸੱਚਾ ਤਖਤ ਸਾਰਾ ਸੰਸਾਰ ਰੂਪੀ ਤੇ ਕਾਇਆ ਸਰੀਰ ਰੂਪੀ ਬਣਾਉਣਾ ਕੀਤਾ ਹੈ। ਸੋ ਮਹਿਲੀ ਪ੍ਰਭ ਸਾਚਾ, ਸੱਚ ਸਾਚੇ ਨੇ ਸੱਚ ਨੂੰ ਨਿਹਚੇ ਕਰਕੇ ਤਖਤ ਇਹ ਰਚਨਾ ਕੀਤਾ ਹੈ। ਚਤੁਰਦਸ ਹਾਟ ਦੀਵੇ ਦੋਏ ਸਾਖੀ। ਇਸ ਸੰਗਤ ਰੂਪੀ ਤਖਤ ਤੇ ਬੈਠ ਕੇ ਤੇ ਨਿਆਂ ਕੀਤਾ। ਤਖਤ ਨਿਆਂ ਕਰਨ ਵਾਸਤੇ ਹੁੰਦਾ, ਨਿਆਂ ਕੀਤਾ ਜਾਂਦਾ, ਚੰਗੇ ਤੇ ਮਾੜੇ ਦਾ ਨਿਰਣਾ ਕੀਤਾ ਜਾਂਦਾ ਹੈ। ਚਤੁਰਦਸ 10 ਤੇ 4 14 ਹਾਟ ਹੱਡੀਆਂ 14 ਭਵਨ ਦੀਵੇ ਦੋਏ ਚੰਦਰਮਾ ਤੇ ਸੂਰ ਸਾਖੀ ਰੂਪ ਸਾਰਾ ਸਰੀਰ ਕਾਇਆ 14 ਭਵਨਾਂ ਤੱਤਾਂ ਦਾ ਬਣਿਆ ਹੋਇਆ। ਦੋਵੇਂ ਦੀਵੇ ਨੇਤਰਾ ਰੂਪੀ ਤੇ ਵਿਚਾਰ ਰੂਪੀ ਸ਼ਬਦ ਰੂਪੀ ਸਾਖੀ ਗਵਾਹੀ ਦੇਣ ਵਾਲੇ ਕਹਿੰਦੇ ਹਨ। ਸੇਵਕ ਪੰਚ ਨਾਹੀ ਬਿਖ ਚਾਖੇ। ਸੇਵਕ ਜਿਹੜੇ ਉਹਦੇ ਨੇ ਪੰਜ ਸ੍ਰੇਸ਼ਟ ਮੁਖੀ, ਉਹਨਾਂ ਨਾ ਹੀ ਬਿਖ ਜ਼ਹਿਰ ਚਾਖੀ, ਨਹੀਂ ਚੱਕੀ, ਨੇਤਰਾ ਥੱਲੇ ਨਹੀਂ ਲਿਆਂਦੀ, ਰਸਨਾ ਤੇ ਨਹੀਂ ਲਿਆਂਦੀ, ਸਿੰਧੀਆਂ ਵਾਲੀ, ਚੁਗਲੀ ਵਾਲੀ, ਨਸ਼ਿਆਂ ਦੇ ਵਿਸ਼ਿਆਂ ਵਾਲੀ ਬਿਖ ਜ਼ਹਿਰ ਉਹ ਨਹੀਂ ਚੱਕਦੇ। ਵੀ ਨਸ਼ਿਆਂ ਵਿਸ਼ਿਆਂ ਨਾਲੋਂ ਤਾਂ ਜ਼ਹਿਰ ਖਾ ਕੇ ਮਰ ਜਾਣਾ ਹੈ ਹੀ ਚੰਗਾ, ਮਰ ਜਾਊ, ਸਰੀਰ ਹੀ ਛੁੱਟ ਜਾਊ। ਤੇ ਨਸ਼ੇ ਵਿਸ਼ੇ, ਚੁਗਲੀ, ਨਿੰਦਿਆ, ਈਰਖਾ ਕਰਨ ਵਾਲੇ ਤਾਂ 84 ਭੋਗਣੇ, 84 ਲੱਖ ਵਾਰੀ ਉਹਨਾਂ ਜੰਮਣਾ ਤੇ ਮਰਨਾ ਹੈ। ਜੈਸੇ ਤਨ ਕੀ ਬਿਖਾਤ ਮਰਗਾਤ ਤਾਤ ਗਾਤ ਮਰਗਾਤ ਪ੍ਰਤਪਾਲੀ ਬਰਖਣ ਕੀ। ਤਨਕ ਥੋੜੀ ਜੀ ਬਿਖ ਜ਼ਹਿਰ ਕੋਈ ਖਾ ਲਵੇ ਤੇ ਗਾਤ ਸਰੀਰ ਦੇ ਹਾਲਾਤ, ਸਰੀਰ ਚ ਰਹਿੰਦਾ ਮਰਗਾ ਜਾਂਦੀ ਹੈ। ਫਿਰ ਉਹਨੂੰ ਮੁਰਦਾ ਕਰਾਰ ਦੇਣਾ ਪੈਂਦਾ, ਭਾਵੇਂ ਕਿੰਨੇ ਸਾਲਾਂ ਦਾ ਕਿੱਡਾ ਪੜਿਆ ਸਰੀਰ ਜੋ ਨਾ ਥੋੜੇ ਮਿੰਟਾਂ 'ਚ ਜ਼ਹਿਰ ਦਾ ਇਹ ਕੰਮ। ਤਨਕ ਹੀ ਵਿਖਾਤ ਮਰਜਾਤ ਤਾਤ, ਉਸੇ ਵੇਲੇ ਗਾਤ ਮਰਜਾਤ ਪ੍ਰਤਪਾਲੀ ਬਰਖਣ ਕੀ। ਸਾਰਾ ਕਰਦੇ ਮਹਿੰਕੀ ਦੁਹਾਏ ਵੱਜ ਚੋਕ, ਮਹਿੰਕੀ ਦੁਹਾਏ ਦੁੱਧ ਰਾਖੀਏ ਭਾਂਜਨ ਪਾਰ, ਭਾਂਡਿਆਂ 'ਚ ਪਾ ਲਿਆ ਦੁੱਧ। ਪਰਤ ਕਾਂਜੀ ਕੀ ਬੂੰਦ, ਖੱਟੇ ਦੀ ਇੱਕ ਬੂੰਦ ਉਹਨੂੰ ਦੁੱਧ ਨਹੀਂ ਰਹਿਣ ਦਿੰਦੀ, ਨਹੀਂ ਤਾਂ ਹੋਰ ਕਹਿਣਾ ਪਊ, ਰੂਪ ਵਿਗਾੜ ਦਿੰਦੀ। ਪਰਤ ਕਾਂਜੀ ਕੀ ਬੂੰਦ ਇਸ ਪ੍ਰਕਾਰ ਕੋਟ ਭਾਰ ਕੁਲ ਨੰਦਕ ਜਨਕ ਬਣੇ। ਮੁੱਦ ਪਸਮਾਨ ਖਿਨਮੇ ਕਰਖਣ ਕੀ, ਕਰੋੜਾਂ ਭਾਰ ਬਹੁਤੀਆਂ ਪੰਡਾਂ ਰੂੰਦੀਆਂ ਤੇ ਕੱਖਾਂ ਦੀਆਂ ਇਕੱਠੀਆਂ ਕਰਵੋ। ਅੱਗ ਦਾ ਚੰਗਿਆੜਾ ਇੱਕ ਹੀ ਕਾਫੀ ਹੈ, ਉਹਨੂੰ ਭਸਮ ਕਰਤਾ ਰੱਖਦਾ ਤੇ ਕਰ ਦੋ। ਇਸੇ ਤਰ੍ਹਾਂ ਪਰ ਤਨ, ਉਹ ਪਰ ਤਨ ਸਰੀਰ ਵਿਕਾਰ ਭੋਗਣ, ਕਿਸੇ ਵੀਰ ਨੇ ਤਾਂ ਕਿਸੇ ਬੀਬੀ ਨੇ। ਪਰ ਤਨ ਪਰ ਧਨ ਤੇ ਪਰਾਇਆ ਧਨ ਕਮਾਈ ਤੋਂ ਛੁੱਟ ਖੋਹ ਖਿੱਚ ਕੇ ਲੁੱਟ ਕੇ ਚੋਰੀ ਕਰਕੇ ਇਹਦੇ ਬਰਾਬਰੀ ਸਮਝ ਲਵੋ। ਪਰ ਤਨ ਦੁੱਖ ਨਾ ਵਿਕਾਰ ਕੇ ਹਰੇ ਸੁੰਦਰ ਪੁੰਨਾਂ ਨੂੰ ਨਾਸ਼ ਕਰ ਦਿੰਦਾ ਬਾਤ ਨਾਲ। ਇਹ ਕੋਈ ਖੁਸ਼ੀ ਵਾਲੀ ਗੱਲ ਨਹੀਂ। ਇਸ ਕਰਕੇ ਚੋਰੀ ਨਾਲੋਂ, ਠੱਗੀ ਨਾਲੋਂ, ਈਰਖਾ ਨਾਲੋਂ, ਦਵੈਤ ਨਾਲੋਂ, ਨਿੰਦਿਆ ਨਾਲੋਂ ਇਹ ਸਭ ਜ਼ਹਿਰਾਂ ਹੀ ਨੇ। ਕੋਈ ਮਿੱਠੀ ਜ਼ਹਿਰ, ਕੌੜੀ ਜ਼ਹਿਰ, ਜੇ ਦੇਖ ਜ਼ਹਿਰ ਚੱਕੀ ਨਹੀਂ ਜਿਨ੍ਹਾਂ ਨੂੰ ਗਿਆਨ ਹੋ ਗਿਆ। ਪੰਜ ਇਹਨਾਂ ਜ਼ਹਿਰਾਂ ਨਾਲੋਂ ਤੇ ਜ਼ਹਿਰ ਖਾ ਕੇ ਮਰ ਜਾਣਾ, ਪ੍ਰਤੱਖ ਜ਼ਹਿਰ ਖਾ ਕੇ ਦੁਨਿਆਵੀ ਤੌਰ ਉਹ ਚੰਗੀ ਗੱਲ। 84 ਤੋਂ ਜੀ ਬਚ ਜਾਊ। ਇਹਨਾਂ ਜ਼ਹਿਰਾਂ ਦੇ ਖਾਣ ਵਾਲੇ ਨੂੰ 84 ਭੋਗਣੀ ਪਵੇ। ਇਵੇਂ ਗ੍ਰੰਥਾਂ 'ਚ ਮਿਲਦਾ। ਆਪ ਕਹਿੰਦੇ ਹਨ ਅੰਤਰ ਵਸਤ ਅਨੂਪ ਨਿਰਮੂਲਕ, ਗੁਰ ਮਿਲਿਆ ਹਰ ਤਨ ਪਾਇਆ। ਅੰਦਰ ਹੀ ਵਸਤੂ ਅਨੂਪ, ਉਪਮਾ ਤੋਂ ਰਹਿਤ ਜਿਹਦੀ ਸਿਫਤ ਹੈ, ਨਿਰਮੂਲ ਤੋਂ ਰਹਿਤ ਨਿਰਮੋਲਕ। ਗੁਰੂ ਜੀ ਗੁਰ ਸਭ ਤੋਂ ਵੱਡੇ ਮਿਲੀਏ ਮਿਲਣ। ਇਹ ਨਾਮ ਰੂਪੀ ਧਨ ਨਿਰਮੋਲਕ ਵਸਤੂ ਪਾਈ ਜਾਂਦੀ, ਪ੍ਰਾਪਤ ਹੁੰਦੀ ਹੈ। ਤਖਤ ਵਹਿ ਤਖਤ ਕੀ ਲਾਇਕ, ਇਹ ਜਿਹੜਾ ਸਰੀਰ ਰੂਪੀ ਤਖਤ ਹੈ, ਸਤ ਸੰਗਤ ਰੂਪੀ ਤਖਤ ਹੈ, ਜਾਂ ਪ੍ਰਤੱਖ ਤਖਤ ਰਾਜਿਆਂ ਦਾ ਤਖਤ ਦੀ ਲਾਇਕ ਹੀ ਤਖਤ ਤੇ ਬੈਠਾ ਜਾਂਦਾ, ਬਿਠਾਇਆ ਜਾਂਦਾ। ਨਹੀਂ ਤੇ ਜੇ ਭਾਵ ਕੁੱਤਾ ਰਾਜ ਬਹਾਲੀ ਫਿਰ ਚੱਕੇ ਦੀ ਹਾਲਾਤ ਹੋਵੇਗੀ। ਭਾਈ ਗੁਰਦਾਸ ਲਿਖਿਆ ਜਿੰਨਾ ਗੁਣਾ ਦਾ ਮਾਲਕ ਹੈ, ਧੁਰੋਂ ਕਰਮ ਲਿਖੇ ਹੋਏ ਉੱਥੇ ਜੁਗੀ ਉਹ ਸਿਰਫ ਪਰਮੇਸ਼ਰ ਨੇ, ਦੁਨੀਆ ਦਾ ਕੋਈ ਵੀ ਕਾਰਜ। ਤਖਤ ਬਹਿ ਤਖਤੇ ਕੀ ਲਾਇਕ ਜੋਗ ਜਿਹੜਾ ਹੋਵੇ। ਪੰਜ ਸਮਾਏ ਗੁਰਮਤ ਪਾਇਕ, ਉਹਦੇ ਪੰਜ ਕਾਮ ਕਰੋ ਲੋਭ ਹੰਕਾਰ ਸਮਾ ਜਾਂਦੇ ਨੇ। ਉਹ ਗੁਰੂ ਕੀ ਮੱਤ ਨੂੰ ਪਾਇਕ ਪਾ ਲੈਂਦਾ ਹੈ। ਪੰਜ ਸ੍ਰੇਸ਼ਟ ਪੁਰਖ ਸਰੂਪ ਰੂਪੀ ਤਖਤ ਤੇ ਬੈਠਣ ਵਾਲਾ।
ਤੇ 5 ਉਹਨੂੰ ਪ੍ਰਾਪਤ ਹੋ ਜਾਂਦੇ ਨੇ। ਦਇਆ, ਸਤ, ਸੰਤੋਖ, ਦਇਆ, ਧਰਮ, ਇਹ ਗੁਣ ਪ੍ਰਾਪਤ ਹੋ ਜਾਂਦੇ ਨੇ, ਸਮਾ ਜਾਂਦੇ ਉਹਦੇ ਵਿੱਚ। ਤੇ 5 ਕਾਮ ਕਰੋ, ਲੋਭ ਹੰਕਾਰ ਨੂੰ ਮਾਰ ਲੈਂਦਾ ਹੈ। ਗੁਰਮਤਿਆ ਜਿਹੜਾ 5 ਸ੍ਰੇਸ਼ਟ ਪੁਰਖ, ਰੂਪ ਰੂਪੀ ਸਤਿਗੁਰ ਰੂਪੀ ਤਖਤ ਤੇ ਸਮਾਉਣ ਵਾਲਾ, ਬੈਠਣ ਵਾਲਾ। 5 ਸਮਾਏ ਗੁਰਮਤਿ ਪਾਏ, ਗੁਰਮਤਿ ਨੂੰ, ਗੁਰੂ ਸਿੱਖਿਆ ਨੂੰ ਪਾਏ ਪਾਉਣ ਵਾਲਾ, ਗੁਰੂ ਦੀ ਪ੍ਰਾਪਤੀ ਕਰਨ ਵਾਲਾ। ਆਦ ਜੁਗਾਦੀ ਹੈ ਤੇ ਹੋਸੀ ਸਹਿਸਾ ਭਰਮ ਚੁਕਾਇਆ। ਆਦ ਸਰਜੁਗ ਤੋਂ ਲੈ ਕੇ, ਆਦ ਸ਼ੁਰੂ ਤੋਂ ਲੈ ਕੇ ਜੁਗਾਰ ਜੁਗਾਂ ਦੀ ਬਣਤਰ ਵਿੱਚ, 4 ਜੁਗਾਂ ਵਿੱਚ ਹੈ ਤੀ ਇਹੋ ਜਿਹੇ ਪਰਮੇਸ਼ਰ ਦੇ ਪਿਆਰੇ ਤੇ ਹੁਣ ਵੀ ਨੇ ਤੇ ਹੋਸੀ ਹੋਣਗੇ ਅੱਗੇ ਨੂੰ, ਜਿਨ੍ਹਾਂ ਪਰਮੇਸ਼ਰ ਕਰਤੇ ਪੁਰਖ ਦਾ ਨਾਮ ਜਪ ਜਪ ਕੇ ਮਨ ਦਾ ਸਹਿਸਾ, ਮਨ ਦਾ ਧਰਮ, ਮਨ ਦਾ ਭਰਮ ਚੁਕਾਇਆ, ਦੂਰ ਕਰ ਦਿੱਤਾ। ਭਰਮ ਤੇ ਸਹਿਸਾ ਤੇ ਡਰ ਸਭ ਖਤਮ ਹੀ ਕਰ ਦਿੱਤਾ। ਨਸ ਵੰਜੋ ਕਿਲ ਵਿਖੋ ਕਰਤਾ ਘਰ ਆਇਆ, ਤੂੰ ਤਹਿ ਦਹਿਨ ਪਿਆ ਗੋਬਿੰਦ ਪ੍ਰਗਟਾਇਆ। ਪਰਮੇਸ਼ਰ ਸਾਖਿਆਤ ਕਰ ਲਿਆ। ਭਰਮ ਤੇ ਵਹਿਮ ਤੇ ਡਰ ਵਿੱਚੋਂ ਕੱਢ ਦਿੱਤੇ ਹਨ। ਤਖਤ ਸਲਾਮ ਹੋਵੇ ਦਿਨ ਰਾਤੀ। ਤਖਤ ਦਾ ਮਾਲਕ ਤਖਤ ਤੇ ਬੈਠਾ ਹੈ, ਸ੍ਰੇਸ਼ਟ ਗੁਣਾਂ ਨੂੰ ਪ੍ਰਾਪਤ ਹੈ ਤੇ ਤਖਤ ਨੂੰ ਉਹਨਾਂ ਗੁਣਾਂ ਨੂੰ ਸਲਾਮ ਹੋਵੇ, ਨਮਸਕਾਰਾਂ ਹੁੰਦੀਆਂ ਨੇ ਦਿਨੇ ਵੀ ਤੇ ਰਾਤ। ਇਸ ਪ੍ਰਕਾਰ ਜਿਨ੍ਹਾਂ ਦੇ ਅੰਦਰ ਕੁਝ ਹੋਰ ਹੈ ਤੇ ਬਾਹਰੋਂ ਵਿਖਾਵਾ ਕੁਝ ਹੋਰ ਹੈ, ਉਹਦੇ ਪਾਜ ਖੁੱਲ ਜਾਣਾ। ਪ੍ਰੀਤਾ ਇਹ ਵਿਸ ਦੰਦਣਾ, ਧਰੀਆਂ ਖੰਡ ਲਵਾੜ, ਇੱਕ ਰਾਂਦੇ ਰਹੇਗੇ ਇੱਕ ਰਾਧੀ ਗਏ ਉਜਾੜ। ਜ਼ਹਿਰ ਦੀਆਂ ਗੰਦਲਾਂ ਤੇ ਖੰਡ ਨਾਲ ਲਵੇੜੀਆਂ ਹੋਣ, ਉਹਦਾ ਦਾ ਪਾਜ ਅਖੀਰ ਤੇ ਖੁੱਲ ਹੀ ਜਾਣਾ। ਤਖਤ ਸਲਾਮ, ਸਰੂਪ ਰੂਪੀ ਤਖਤ ਦੇ ਸਿਰੇ ਚ ਗੁਣਾਂ ਨੂੰ ਸਲਾਮ, ਤੇ ਜੁਗੋ ਜੁਗ ਹੁੰਦੀ ਰਹਿਣੀ ਹੈ, ਦਿਨੇ ਵੀ ਤੇ ਰਾਤ ਵੀ ਹੁੰਦੀ ਹੈ, ਫੇਰ ਵੀ ਹੋਵੇ। ਇਸ ਪ੍ਰਕਾਰ ਆਪ ਜੀ ਕਹਿੰਦੇ ਹਨ, ਇਹੋ ਸਾਚ ਵਡਾਈ ਗੁਰਮਤ ਲਿਵ ਜਾਤੇ। ਗੁਰਮਤੀਆਂ ਗੁਰ ਸਿੱਖਿਆ ਲੈ ਕੇ ਲਿਵ ਸੱਚੇ ਪਰਮੇਸ਼ਰ ਨਾਲ ਲਾਤੀ ਜੋੜ ਜਾਤੀ ਜਾਣ ਲਈ, ਲਿਵ ਲਾਉਣੀ ਲਿਵ ਜੋੜਨੀ ਜਾਤੀ ਜਾਣ ਲਈ। ਉਹਨਾਂ ਨੂੰ ਸੱਚੀ ਵਡਿਆਈ ਮਿਲੀ ਹੈ, ਝੂਠੀ ਵਡਿਆਈ ਨਹੀਂ ਮਿਲੀ। ਆ ਦੁਨੀਆ 'ਚ ਦਿਵਸ ਚਾਰ ਕੀ ਕਰੋ ਸਾਹਿਬੀ, 4 ਦਿਨਾਂ ਦੀ ਸਾਹਿਬੀ ਚੌਧਰ। ਦਿਵਸ ਚਾਰ ਕੀ ਕਰੋ ਸਾਹਿਬੀ, ਜੈਸੇ ਮਨ ਹਰ ਬਣ ਦੇ ਰੁੱਖਾਂ ਦੇ, ਜੰਗਲਾਂ ਦੇ ਰੁੱਖਾਂ ਦੇ ਜਿਹੜੇ ਪੱਤਰੇ ਨਿਕਲਦੇ ਬਹੁਤ ਬੜੇ ਸੋਹਣੇ ਲੱਗਦੇ, ਪਰ ਉਹ ਕਿੰਨਾ ਕੁ ਚਿਰ ਰਹਿਣੇ। ਪਾਸ ਭਾਵ ਵਿਛੜੇ ਨਾ ਜੁੜਦੇ ਨਹੀਂ, ਫਿਰ ਇੱਕ ਵਾਰੀ ਟੁੱਟ ਜਾਣ ਤੇ। ਇਹ ਸੱਚੀਆਂ ਵਡਿਆਈਆਂ ਪਰਮੇਸ਼ਰ ਦੇ ਪਿਆਰੇ ਨੂੰ ਮਿਲੀਆਂ, ਭਾਵੇਂ ਸਤਿਯੁਗ ਮਿਲੀਆਂ ਧਰੂ ਨੂੰ ਤੇ ਪ੍ਰਹਿਲਾਦ ਨੂੰ, ਤੇ ਹੁਣ ਤੱਕ ਉਦਾਂ ਹੀ ਵਡਿਆਈਆਂ ਵੱਧ ਨਹੀਂ ਘੱਟ। ਤ੍ਰੇਤੇ ਦੁਆਪਰ ਯੁੱਗ ਚ ਮਿਲੀਆਂ ਯੁੱਗ ਪੁਰਾਣੀਆਂ, ਅਜੇ ਵੀ ਉਦਾਂ ਹੀ ਸਭ ਸੱਚੀਆਂ ਵਡਿਆਈਆਂ। ਤੇ ਝੂਠੀਆਂ ਵਡਿਆਈਆਂ ਦੇ 4 ਦਿਨ ਵੀ ਨਹੀਂ ਕੱਢਦੀ, ਪਾਠ ਉਕੜਿਆ ਹੁੰਦਾ। ਇਹ ਸਾਚ ਵਡਿਆਈ ਗੁਰਮਤਾਂ ਗੁਰਮਤ ਵਾਲਿਆਂ ਗੁਰੂ ਪਿਆਰਿਆਂ ਜਾਤੀ ਜਾਣਨਾ ਕੀ ਹੈ, ਤੇ ਦੁਨੀਆ ਦੀਆਂ ਵਡਿਆਈਆਂ ਆਵੇ ਕੌਣ, ਕਿਹੜੇ ਕੰਮ। ਮਾਇਆ ਦਾ ਰੰਗ ਸਭ ਫਿੱਕਾ, ਜਾਸੋ ਬਿਨ ਸੰਤਾਨ। ਅੰਤ ਨੂੰ ਫਿੱਕਾ ਰੰਗ ਹੈ ਤੇ ਸੁੰਭਾ ਰੰਗ ਹੈ, ਹੱਥੋਂ ਨਿਕਲ ਜਾਣਾ ਹੈ, ਖੁੱਸ ਜਾਣਾ, ਕੰਮ ਕਿਸੇ ਨਹੀਂ ਆਉਣਾ। ਇਹ ਵਡਿਆਈਆਂ ਸੱਚੀਆਂ ਸੁੱਚੀਆਂ ਗੁਰਮਤ ਗ੍ਰਹਿਣ ਕਰਨ ਵਾਲੇ ਜਾਤੀ ਜਾਣੀਆਂ ਨੇ, ਬੁੱਧੀ ਰੂਪੀ ਪੱਲੇ ਬੰਨੀਆਂ ਨੇ, ਤੇ ਝੂਠੀਆਂ ਵਡਿਆਈਆਂ ਤੋਂ ਲੈਣਾ ਕੀ ਹੈ। ਇਸ ਪ੍ਰਕਾਰ ਭੱਜ ਭੱਜ ਅੱਗੇ ਹੋ ਕੇ ਮੇਰੇ ਗਾਲੀ ਹਾਰ ਪਵੇ, ਜਦੋਂ ਲੈਣਾ ਉਦੋਂ ਇਸ ਪ੍ਰਕਾਰ ਕਹਿੰਦੇ ਹਨ, ਨਾਨਕ ਰਾਮ ਜਪੁ ਤਰ ਤਾਰੀ, ਹਰਿਅੰਤ ਸੁਖਾਈ ਪਾਇਆ। ਗੁਰੂ ਨਾਨਕ ਪਾਤਸ਼ਾਹ ਜੀ ਦਾ ਸੋਇਲਿਆਂ ਰੂਪੀ ਬਾਣੀ ਦਾ ਇਹ ਆਖਰੀ ਸ਼ਬਦ ਤੋਂ 15ਵੀਂ ਪੰਕਤੀ ਵਿੱਚ, ਨਾਨਕ ਰਾਮ ਜਰੇ ਜਰੇ ਚ ਰਮੇ ਹੋਏ, ਜਿਹੜੇ ਹੋਏ ਪਰਮੇਸ਼ਰ ਦਾ ਨਾਮ ਜਪੋ ਦਿਨ ਰਾਤ। ਜਪੋ ਰਾਤ ਜਪੋ, ਆਖਰੀ ਮਧਮਾ ਪ੍ਰਭ ਸੰਤ ਬਾਣੀ ਦੁਆਰਾ ਜਪੋ, ਉੱਠਦਿਆਂ ਬੈਠਿਆਂ ਜਪੋ, ਕੰਮ ਧੰਦੇ ਕਰਦਿਆਂ ਜਪੋ, ਹਾਥ ਪਾਉ ਕਰ ਕੰਮ ਸਭ ਕੀਤ ਕਰਨ ਕਾਲ ਜਪੋ। ਇਸ ਪ੍ਰਕਾਰ ਨਾਨਕ ਰਾਮ ਨਾ ਰਾਮ ਜਪੋ ਦਿਨ ਰਾਤੀ, ਹਰ ਅੰਤ ਸਖਾਈ ਪਾਇਆ। ਅੰਤ ਸਮਾਂ ਜਦੋਂ ਤੁਹਾਡਾ ਹੋਇਆ, ਸਰੀਰ ਤੁਹਾਡਾ ਇੱਥੇ ਧਰਤੀ ਤੇ ਰਹਿ ਗਿਆ, ਸਰੀਰਕ ਸੰਬੰਧੀ ਵੀ ਰਹਿ ਗਏ, ਧਨ ਪਦਾਰਥ ਵੀ ਰਹਿ ਗਏ, ਜਿੰਨਾ ਮਗਰ ਭੱਜੇ ਫਿਰਦੇ ਹੋ, ਇਹ ਨਾਮ ਤੁਹਾਡਾ ਸਖਾ ਬਣ। ਨਾਨਕ ਰਾਮ ਜਪੋ ਤਰ ਤਾਰੀ, ਹਰਿਅੰਤ ਸੁਖਾਈ ਪਾਇਆ। ਸੋ ਨਾਮ ਪਰਮੇਸ਼ਰ ਦੇ ਨਾਮ ਨੂੰ ਜਪਣਾ ਕਰੋ ਤਰ ਤਾਰੀ, ਤਾਰਨ ਵਾਲਾ ਸੰਸਾਰ ਸਾਗਰ ਤੋਂ ਅੰਤ ਨੂੰ ਸਖਾ ਸਤ ਸਹਾਇਤਾ ਕਰਨ ਵਾਲਾ। ਤਾਰੀ ਬੇੜੀ ਦੀ ਨਹੀਂ ਆਈ, ਤਾਰੀ ਤੁਲਹਾ ਦੀ ਨਹੀਂ ਆਈ,
ਸੰਸਾਰ ਸਾਗਰ ਤੋਂ ਤਾਰਨ ਵਾਲਾ ਸਖਾ ਮਿੱਤਰ ਬਣ। ਕਿਸ ਪ੍ਰਕਾਰ ਆਪ ਦੀ ਕਿਰਪਾ ਕੀਤੀ ਹੈ ਇਹਨਾਂ ਸੋਹਲਿਆਂ ਨੂੰ ਤਾਂ ਪਾਈਏ ਬਚਨ। ਤਖਤ ਸਲਾਮ ਹੋਵੇ ਦਿਨ ਰਾਤੀ, ਉਹ ਸਾਚ ਵਡਾਏ ਗੁਰਮਤਿ ਲਹਿ ਜਾਤੀ। ਨਾਨਕ ਰਾਮ ਜਪੋ ਤਰ ਤਾਰੇ, ਅਰਿਅੰਤ ਸਖਾਈ ਪਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।